एक मिनट तुहानूं दस दियां, फिर तुहानूं मैं हुणे दस्सिया सी कि वो कदों पैदा होए ने, ताकि तुहानूं सही सामने रहे कि किहड़े जमाने दे ने और उस जमाने तक ਉਹਦਾ ਨਾਂ ਕੀ ਇਹ ਅਕੀਦਾ ਜਿਹੜਾ ਵੇ ਲੋਕੀ ਕਹਿਣਾ ਸ਼ੁਰੂ ਹੋ ਗਏ ਸਨ। ਸਰ ਸੈयद अहमद खान वगैरह ਤੇ ਮਿਰਜ਼ਾ ਸਾਹਿਬ ਵੀ ਜਿਹੜੇ ਨੇ ਉਹਦੇ ਉਸੇ ਜ਼ਮਾਨੇ 'ਚ ਹੋਏ ਨੇ ਕਿ हजरत ईसा अलैहिस्सलाम फौत हो गए ने। एक मिनट, नवाब सदीक हसन खान साहब 1248 हिजरी च पैदा होए ने, यानी मिर्जा साहब नालों 7 साल मिर्जा साहब नालों 7 साल पहला पैदा होए ने और 1307 हिजरी फौत होए ने। उसे जमाने दे बंदे ने जेड़े जमाने च मिर्जा गुलाम अहमद कादियानी साहब जेड़े ने वो मौजूद सन और सर सैयद तो पहला हो चुका सी। लिहाजा अगर उन्हें क्या कि कहा गया है तो उन्होंने इशारा सर सैयद अहमद खान ते गुलाम अहमद कादियानी साहब वाली है, ठीक है ना। और सर सैयद अहमद खान जड़ा वे ओनू मैं कोई मुफस्सर कोई मुहद्दिस नहीं समझदा, ठीक है ना। एक मिनट ਤੁਹਾਡਾ ਮਤਲਬ ਇਹ ਕਿ ਉਹ ਸਦੀਕ ਹਸਨ ਖਾਨ ਸਾਹਿਬ ਨੂੰ ਪਹਿਲਾਂ ਆਲਮੀਆਂ ਨੇ ਦੱਸਤਾ ਸੀ ਕਿ ਮਿਰਜ਼ਾ ਸਾਹਿਬ ਆਣਗੇ ਤੇ ਤੂੰ ਜਾਂਦਿਆਂ ਪਹਿਲਾਂ ਤਬਦੀਲ ਕਰ ਦਿਓ ਯਾਰ। ਜਾਂਦਿਆਂ ਕਦੋਂ? ਮੈਂ ਤੁਹਾਨੂੰ ਕਹਿਣਾ ਕਿ ਜਾਂਦਿਆਂ ਕਦੋਂ? ਇੱਕ ਉਹਨਾਂ ਦੇ ਹਮ ਅਸਰ ਨੇ ਮਿਰਜ਼ਾ ਸਾਹਿਬ ਦੇ ਜ਼ਮਾਨੇ 'ਚ ਹੋਏ ਨੇ, ਉਹਨਾਂ ਦੇ ਹਮ ਅਸਰ ਨੇ। ਮਿਰਜ਼ਾ ਸਾਹਿਬ ਤੋਂ 7 ਸਾਲ ਪਹਿਲਾਂ ਜਦੋਂ ਮਿਰਜ਼ਾ ਸਾਹਿਬ ਪੈਦਾ ਹੋਏ ਤੇ ਨਵਾਬ ਸਾਹਿਬ ਦੀ ਉਮਰ 7 ਸਾਲ ਸੀ। ਉਹਨਾਂ ਵਿਚਾਰਿਆਂ ਨੇ ਤਫਸੀਲ ਨਹੀਂ ਪੜ੍ਹੀ, ਨਾ ਨਹੀਂ ਪਤਾ ਨਾ ਬੇ ਐਵੇਂ ਢਾਕੇ ਗੱਲ ਕਰਦੇ। ਮੈਂ ਤਾਂ ਤੁਹਾਡੇ ਅਲਫਾਜ਼ਾਂ ਤੇ ਜਾ ਰਿਹਾ, ਰਿਕਾਰਡਿੰਗ ਸੁਣ ਲਵੇ। ਉਹ ਤੁਸੀਂ ਆਂਦੇ ਹੋ 1307 ਵਿੱਚ ਫੌਤ ਹੋ ਗਏ ਸਨ, ਇਹ ਅੱਗੇ ਤੁਸੀਂ ਕਿਹਾ। ਹਾਂ, ਤੇ ਮਿਰਜ਼ਾ ਸਾਹਿਬ ਜਿਹੜੇ ਨੇ ਕਦੋਂ ਫੌਤ ਹੋਏ ਨੇ? 1326 ਚ, ਠੀਕ ਹੈ। 1307 ਵਿੱਚ ਮਿਰਜ਼ਾ ਸਾਹਿਬ ਜਿਹੜੇ ਨੇ ਤਕਰੀਬਨ 50 ਸਾਲ ਉਮਰ ਸੀ ਉਹਨਾਂ ਦੀ, 50 ਤੋਂ ਉੱਤੇ। 1326 ਚ ਮਿਰਜ਼ਾ ਸਾਹਿਬ ਫੌਤ ਹੋਏ ਨੇ ਤੇ 1307 ਵਿੱਚ ਨਵਾਬ ਸਾਹਿਬ ਫੌਤ ਹੋਏ ਨੇ। ਮਿਰਜ਼ਾ ਸਾਹਿਬ ਦੀ ਉਮਰ 50 ਸਾਲ ਤੋਂ ਕਿੰਨੀ ਉਮਰ ਸੀ ਮਿਰਜ਼ਾ ਸਾਹਿਬ ਦੀ ਜਦੋਂ ਫੌਤ ਹੋਏ? ਮਿਰਜ਼ਾ ਸਾਹਿਬ ਦੀ ਉਮਰ ਫੌਤ ਜਦੋਂ ਹੋਏ ਨੇ ਉਹ ਬਕੌਲੇ ਮਿਰਜ਼ਾ ਸਾਹਿਬ ਦੇ ਜਿਹੜੀ ਉਹਨਾਂ ਆਪਣੀ ਤਾਰੀਖ ਪੈਦਾਇਸ਼ ਲਿਖੀ ਉਹਦੇ ਮੁਤਾਬਕ ਕੋਈ 69 ਕੁ ਸਾਲ ਬਣਦੀ ਹੈ। 69 69 ਨਹੀਂ, ਇਹ ਜਦੋਂ ਨਵਾਬ ਸਾਹਿਬ ਫੌਤ ਹੋਏ ਨੇ ਉਦੋਂ ਮਿਰਜ਼ਾ ਸਾਹਿਬ ਦੀ ਉਮਰ ਕਿੰਨੀ ਸੀ? ਮਿਰਜ਼ਾ ਸਾਹਿਬ ਜਿਹੜੇ ਨੇ ਤਕਰੀਬਨ ਕੋਈ 50 ਕੁ ਸਾਲ ਦੇ ਹੋਣਗੇ। 50 ਸਾਲ ਦੇ। ਤੇ ਤੁਸੀਂ ਆਪ ਹੀ ਆਂਦੇ ਹੋ ਕਿ 52 ਸਾਲ ਤੱਕ ਸ਼ਿਰਕ ਕਰਦੇ ਰਹੇ, ਤੇ ਇਹਦਾ ਮਤਲਬ ਇਹ ਕਿ ਨਵਾਬ ਸਾਹਿਬ ਪਹਿਲਾਂ ਹੀ 2 ਸਾਲ ਪਹਿਲਾਂ ਹੀ ਉਹਦਾ ਤੂੰ ਇਹ ਦੱਸ ਕੇ ਲੋਕਾਂ ਨੂੰ ਚਲੇ ਗਏ ਸਨ ਕਿ ਇਹਨਾਂ ਨੇ ਗੱਲ ਤੇ ਮਿਰਜ਼ਾ ਸਾਹਿਬ ਤੋਂ ਪਹਿਲਾਂ ਸਰ ਸੈयद ਅਹਿਮਦ ਖਾਨ ਨੇ ਇਹ ਸ਼ੋਸ਼ਾ ਛੱਡ ਚੁੱਕਿਆ। ਤੁਸੀਂ ਫਿਰ ਅਲਫਾਜ਼ ਵਾਪਸ ਲਵੋ ਕਿ ਉਹਨੇ ਮਿਰਜ਼ਾ ਸਾਹਿਬ ਵੱਲੋਂ ਕਿਹਾ ਸੀ ਜਾਂ ਮੈਂ ਤੁਹਾਨੂੰ ਇਹ ਨਹੀਂ ਕਿਹਾ, ਮੈਂ ਤੁਹਾਨੂੰ ਕਿਹਾ ਕਿ ਉਹਨਾਂ ਤੋਂ ਪਹਿਲਾਂ ਸਰ ਸੈयद ਅਹਿਮਦ ਖਾਨ ਵਗੈਰਾ ਜਿਹੜੇ ਨੇ ਉਹ ਵੀ ਸਨ ਤੇ ਇਸ ਗੱਲ ਦੇ ਵਿੱਚ ਉਹਨਾਂ ਦਾ ਇਸ਼ਾਰਾ ਉਹਨਾਂ ਵਾਲੀ ਹੋ ਸਕਦਾ ਹੈ। ਮੈਂ ਉਹਨਾਂ ਦਾ ਵੀ ਨਾਂ ਲਿਆ। ਤੁਸੀਂ ਬਕਾਇਦਾ ਮਿਰਜ਼ਾ ਸਾਹਿਬ ਦਾ ਨਾਂ ਲੈ ਕੇ ਕਿਹਾ ਕਿ ਇਹ 2 ਬੰਦਿਆਂ ਦਾ ਇਸ਼ਾਰਾ ਸੀ। ਤੁਸੀਂ ਇਹ ਰਿਕਾਰਡਿੰਗ ਨੂੰ ਰਿਵਾਈਂਡ ਕਰਕੇ ਵੇਖ ਲੈਣਾ। ਤੁਸੀਂ ਕਿਹਾ ਅੱਛਾ ਹੋ ਸਕਦਾ ਉਹਦੇ ਵੱਲ ਵੀ ਇਸ਼ਾਰਾ ਹੋਏ, ਉਹਨਾਂ ਵੱਲ ਵੀ। ਅੱਛਾ ਚਲੋ ਹੋ ਸਕਦਾ, ਚਲੋ ਤੁਹਾਨੂੰ ਬਹਾਮ ਹੋ ਗਿਆ, ਇਲਹਾਮ ਨਹੀਂ ਹੋਇਆ ਫਿਰ। ਕਿਉਂ? ਮੇਰੀ ਗੱਲ ਸੁਣੋ, ਕਿਉਂ ਕਿ ਤੁਸੀਂ ਲੋਕ ਜਿਹੜੇ ਉਹ ਕਹਿੰਦੇ ਹੋ ਕਿ 1250 ਹਿਜਰੀ ਚ ਮਿਰਜ਼ਾ ਸਾਹਿਬ ਪੈਦਾ ਹੋਏ ਸਨ, ਤੇ ਮੈਂ ਤਾਂ ਕਹਿੰਦਾ ਨਾ 1255 ਚ ਪੈਦਾ ਹੋਏ ਹਨ। ਤੁਸੀਂ ਕਹਿੰਦੇ ਹੋ 1250 ਹਿਜਰੀ ਚ ਪੈਦਾ ਹੋਏ ਹਨ। ਉਸ ਹਿਸਾਬ ਨਾਲ ਉਹਨਾਂ ਦੀ ਉਮਰ 53 ਸਾਲ ਬਣਦੀ ਹੈ। 1307 ਬਦਲੋ ਬਿਆਨ ਬਦਲੋ। ਬਦਲੋ ਕਿਉਂ? ਤੁਹਾਨੂੰ ਸਮਝਾ ਰਹੇ ਆ, ਤੁਹਾਨੂੰ ਸਮਝਾ ਰਿਹਾ ਕਿ ਤੁਸੀਂ ਇਹ ਨਾ ਸਮਝੋ ਮੈਂ ਕਿਉਂ ਕਿਹਾ ਸੀ 1255 ਹਿਜਰੀ, ਕਿਉਂਕਿ ਤੁਸੀਂ ਮਿਰਜ਼ਾ ਸਾਹਿਬ ਦੇ ਫੌਤ ਹੋਣ ਤੋਂ ਬਾਅਦ ਉਹਨਾਂ ਦੀ ਉਮਰ ਵੀ ਬਦਲ ਦਿੱਤੀ ਕਿ ਉਹ ਇਲਹਾਮ ਪੂਰਾ ਹੋ ਜਾਏ 74 ਸਾਲ ਵਾਲਾ। ਬਾਹਰ ਉਹ ਬਾਅਦ ਦੀ ਗੱਲ ਹੈ। ਉਹ ਇਸ ਵਾਸਤੇ ਚੱਲਦਾ ਹੈ। ਚਲੋ ਸਾਬਤ ਕਰੋ ਨਾ, ਵਫਾਤ ਸਾਬਤ ਕਰੋ। ਔਰ ਰਬੀਉਲ ਅਵਲ 11 ਰਬੀਉਲ ਅਵਲ 12 ਰਬੀਉਲ ਅਵਲ ਤੁਸੀਂ ਵੀ ਬਦਲਦੇ ਰਹਿੰਦੇ ਹੋ। 9 ਰਬੀਉਲ ਅਵਲ 12 ਰਬੀਉਲ ਅਵਲ 11 ਸਾਲ ਕਿਨੇ ਬਦਲ ਦਿੱਤੇ ਨੇ, ਵਫਾਤ ਸਾਬਤ ਕਰੋ। ਉਹ ਜਨਾਬ ਇਹ ਨਾ ਐਂਜੀ ਹੁੰਦਾ ਨਾ, ਤੁਸੀਂ ਦਿਨ ਬਦਲੇ ਅਸੀਂ ਸਾਲ ਬਦਲ। ਮੈਂ ਤੁਹਾਨੂੰ ਇੱਕ ਤੁਸੀਂ ਤੇ ਮੰਨ ਗਏ, ਅਸੀਂ ਤੇ ਮੰਨੇ ਨਹੀਂ ਯਾਰ। ਸੁਹੇਲ ਇੱਕ ਮਿੰਟ ਤੁਸੀਂ ਕਿੱਥੋਂ ਮੰਨੇ ਹੋ? ਮੇਰੀ ਗੱਲ ਵਫਾਤ ਸਾਬਤ ਕਰੋ, ਮੌਜੂ ਤੇ ਆਓ। ਮੌਜੂ ਯਾਰ ਸੁਹੇਲ ਇੱਕ ਮਿੰਟ ਠਹਿਰ ਜਾ ਯਾਰ। ਸੁਹੇਲ ਇੱਕ ਮਿੰਟ ਚੁੱਪ। हुजूर सल्लल्लाहु अलैहि वसल्लम ने अपनी किसी हदीस विच बयान किया होया कि मेरी उम्र इन्नी, मैं फलाने दिन पैदा होया सा, मैं लानती होवां अगर मैं ना मन्ना अपने नबी दी गल, ठीक है। अगर मिर्जा अपनी ठीक है ना, अगर मेरी गल सुनो, हुजूर सल्लल्लाहु अलैहि वसल्लम ने फरमाया होए कि मैं फलाने सन च पैदा होया सा और मैं कहां कि नहीं जी उन्होंने गलती लगी सी ते मैं लानती होवां, ठीक है। हुजूर सल्लल्लाहु अलैहि वसल्लम ने फरमाया होए, किसी सहाबी का अंदाजा या किसी मुअर्रख का अंदाजा ना होए,
हुजूर सल्लल्लाहु अलैहि वसल्लम ने फरमाया होए कि मैं फलाने सानू पैदा होया सा और मैं कहां कि नहीं जी हुजूर ਨੂੰ गलती लगी सी बाद तहकीक ने गलत साबित ਕੀਤਾ ਤੇ ਮੈਂ ਲਾਂਤੀ ਹੋਵਾਂ ਉਹ ਤੁਸੀਂ ਕਿਸ ਕਿਸਮ ਦੇ ਬੰਦੇ ਹੋ ਤੁਹਾਡਾ ਜਿਹੜਾ ਨਬੀ ਉਹ ਲਿਖਦਾ ਮੈਂ 1839 ਜਾਂ 1840 में पैदा हुआ ਤੁਸੀਂ ਕਹਿੰਦੇ ਨਹੀਂ ਜੀ 1834 ਚ ਪੈਦਾ ਹੋਇਆ ਗਲਤੀ ਲੱਗ ਜਾਂਦੀ ਉਹਨਾਂ ਦੇ ਬੰਦੇ ਨੂੰ ਮਿਲਦਾ ਇਹ ਜੇ ਫਰਕ ਮੁਸਲਮਾਨ ਵਿੱਚ ਤੇ ਤੁਹਾਡੇ ਵਿੱਚ ਇੱਕ ਮਿੰਟ ਇੱਥੇ ਹੀ ਤੁਹਾਡਾ ਝੂਠ ਸਾਬਤ ਹੋ ਗਿਆ ਨਾ ਇਹ ਤਾਂ ਤੁਸੀਂ ਝੂਠ ਨਾਲ ਕੰਮ ਲੈਂਦੇ ਹੋ ਕਿ ਉਹਨਾਂ ਨੇ ਯਾ ਦਾ ਲਫ਼ਜ਼ ਬੋਲਿਆ ਯਾ ਦਾ ਮਤਲਬ ਇਹ ਕੋਈ ਕਨਫਰਮ ਨਹੀਂ ਲੇਕਿਨ ਤੁਸੀਂ ਉੱਥੇ ਉਹਨੂੰ ਆਪਣੇ ਨੂੰ ਹੁਜਤ ਬਣਾ ਕੇ ਬਹਿ ਜਾਂਦੇ ਹੋ ਕਿ ਨਹੀਂ ਜੀ ਇਹ ਯਾ ਜਿਹੜਾ ਇਹਨੂੰ ਅਸੀਂ ਹੁਣ ਕਨਫਰਮ ਕਰਨਾ ਹੈ ਠੀਕ ਹੈ मेरी गल सुनो खुदा दा खौफ खाओ यार ਤੁਸੀਂ ਕਿਉਂ ਆਪਣਾ ਝੂਠ ਬੋਲ ਕੇ ਜਿਹੜਾ ਮੇਰੀ ਗੱਲ ਸੁਣੋ ਖੁਦਾ ਦਾ ਖੌਫ ਤੇ ਮੈਂ ਤੁਹਾਨੂੰ ਕਰਾਨਾ ਪਿਆ ਸਮਝ ਜਾਓ ਤੁਸੀਂ ਕਿਹੜੇ ਬੰਦੇ ਦੇ ਪਿੱਛੇ ਲੱਗੇ ਹੋ ਸਮਝ ਜਾਓ ਇੱਕ ਬੰਦਾ ਕਹਿੰਦਾ ਵੇ ਕਿ ਯਾਰ ਇੱਕ ਬੰਦਾ ਆਇਆ ਸੀ ਉਹਨੇ ਜਾਂ ਚਿੱਟੇ ਕੱਪੜੇ ਪਾਏ ਸਨ ਜਾਂ ਕਾਲੇ ਪਾਏ ਸਨ ਹੈ ਇਹਦਾ ਮਤਲਬ ਚਿੱਟੇ ਜਾਂ ਕਾਲੇ ਹੀ ਹੋਏਗਾ ਲਾਲ ਨਹੀਂ ਹੋ ਸਕਦਾ ਯਾਦ ਆ ਨਾ 2 ਸਾਲਾਂ ਚ ਬੋਲਿਆ ਠੀਕ ਹੈ ਅੱਛਾ अगर मैं भी साबित कर दिया कि या तो बगैर मिर्जा साहब ने अपनी उम्र दसी है कि मेरी उम्र अज इन्नी है ते फिर और हजारां लोकां दे ਉਹਨਾਂ ਨੇ ਉੱਥੇ ਵੀ ਸਵਾਲੀਆ ਨਿਸ਼ਾਨ ਕਿਹਾ ਸੀ ਔਰ ਦੂਜੀ ਗੱਲ ਹੈ ਵੇ नहीं सवालिया निशान नहीं हजारां बंदियां दे सामने खिताब करदियां फरमाया क्या मिर्जा साहब ने कि अज मेरी उम्र 67 साल है ऐ भी नहीं क्या करीब है तकरीबन भी नहीं किया ते या भी नहीं किया तुसी केड़ी गल करदे हो मैं पूरी रिसर्च कीती है ते अल्लाह दे बंदे हो मिर्जा साहब ने जो लिखा 1840 ਉਹ ਐਂਜੇ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਉਂਝ ਸ਼ੀਆ ਵੀ ਆਂਦੇ ਹੁੰਦੇ ਨੇ ਕਿ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਲੱਖ ਬੰਦੇ ਸਾਹਮਣੇ ਆ ਫਲਾਣੇ ਦੀ ਇੱਜ਼ਤ ਸੀ ਤੇ ਸੁਨੀਆਂ ਨੇ ਗਾਇਬ ਕਰ ਦਿੱਤੀ ਹੈ ਇਹ ਜਾਣਦੇ ਹੋ ਇਹ ਮੈਂ ਵੀ ਬੜਾ ਪੜਿਆ ਮੇਰੇ ਕੋਲ ਵੀ ਤੁਹਾਡੀਆਂ ਸਾਰੀਆਂ ਕਿਤਾਬਾਂ ਪਈਆਂ ਜਨਾਬ ਮਨ ਗੱਲ ਹੈ ਵੇ ਕਿ ਤੁਸੀਂ ਮਿਰਜ਼ਾ ਸਾਹਿਬ ਨੂੰ ਸ਼ੀਆ ਦੇ ਨਾਲ ਮੁਕਾਬਲਾ ਕਰੋਗੇ ਮੈਂ ਮਿਰਜ਼ਾ ਸਾਹਿਬ ਦਾ ਸ਼ੀਆ ਨਾਲ ਨਹੀਂ ਕਰਾ ਰਿਹਾ ਤੁਹਾਡਾ ਕਰਾ ਰਿਹਾ ਹਾਂ ਮੈਂ ਮਿਰਜ਼ਾ ਸਾਹਿਬ ਦੀ ਕਿਤਾਬ ਪੇਸ਼ ਕਰਨਾ ਪਿਆ ਤੇ ਉਹਦੇ ਵਿੱਚ ਲਿਖਿਆ ਹੋਏਗਾ ਇਹ ਮੈਂ ਕਹਿ ਰਿਹਾ ਤੁਹਾਨੂੰ ਮੈਂ ਕੋਈ ਆਪਣੇ ਵੱਲੋਂ ਨਹੀਂ ਕਿਤਾਬ ਬਣਾ ਲਈ ਨਾ ਮੈਂ ਕਿਹਾ ਕਿ ਉਹ ਜਿਹੜੀ ਤੁਸੀਂ 1000 ਬੰਦੇ ਵਾਲੀ ਮਿਸਾਲ ਦੇ ਰਹੇ ਹੋ ਨਾ ਮੈਂ ਤੁਹਾਨੂੰ ਉਹਦਾ ਜਵਾਬ ਦਿੱਤਾ ਹੈ ਮਿਰਜ਼ਾ ਸਾਹਿਬ ਨੇ ਜਦੋਂ ਇੰਨੀਆਂ ਤਹਿਰੀਰਾਂ ਦੇ ਵਿੱਚ ਕਿਧਰੇ 39 40 ਕਿਹਾ ਕਿਧਰੇ ਕੁਛ ਕਿਹਾ ਤੇ ਇਹਦਾ ਮਤਲਬ ਨਹੀਂ ਕਿ ਉਹਨਾਂ ਨੂੰ ਸ਼ੋਰ ਨਹੀਂ ਸੀ ਉਹਨਾਂ ਨੇ ਅੰਦਾਜ਼ੇ ਦੇ ਨਾਲ ਇਹ ਗੱਲ ਕੀਤੀ ਸੀ ਠੀਕ ਹੈ ਨਾ ਜੀ ਉਹ ਮੁਖਤਾਰੀ ਦੇ ਇਮਤਿਹਾਨ ਹੀ ਫੇਲ ਹੋਏ ਸੀ ਹਿਸਾਬ ਕਮਜ਼ੋਰ ਹੋ ਸਕਦਾ ਕੀ ਮਸਲਾ ਟੱਪਾ ਹੋਰ ਵੀ ਤਾਂ ਕਈ ਗੱਲਾਂ ਗਲਤ ਹੋਈਆਂ ਮਿਰਜ਼ਾ ਸਾਹਿਬ ਦੀਆਂ ਤੇ ਇਹ ਵੀ ਹੋ ਗਈ ਤੇ ਕੀ ਹੋ ਗਿਆ ਨਾਲ ਜੀ ਤੁਸੀਂ ਪਾਸ ਹੋ ਗਏ ਹੋ ਆਹ ਮੇਰੇ ਬੜੇ ਵਧੀਆ ਨੰਬਰ ਆਏ ਸੀ ਮੁਬੀਨ ਸਾਹਿਬ ਨੂੰ ਪੁੱਛ ਲਓ 100 ਦਫਾ ਕੀ ਹੋਇਆ ਅੱਛਾ ਉਹਨੂੰ ਛੱਡੋ ਉਹ ਤੁਸੀਂ ਮੇਰੇ ਨਾਲ ਕਰ ਲਵੋ ਮੁਕਾਬਲਾ ਤਲੀਮ ਜਨਾਬ ਮਨ ਕਰਦੇ ਹੋ ਜਨਾਬ ਮਨ ਮੇਰੀ ਗੱਲ ਸੁਣੋ ਤੁਸੀਂ ਲੱਗਦਾ ਪੰਜਾਬੀ ਡਰਾਮੇ ਬਹੁਤ ਕਿ ਸਵੇਰੇ ਫਰੂਟ ਮੰਡੀ ਜਾ ਕੇ ਉੱਥੇ ਠੇਲਾ ਚੁੱਕਦੇ ਪਿਓ ਤੇ ਇੱਥੇ ਆ ਕੇ ਤੁਸੀਂ ਲੱਗੇ ਹੋ ਲੋਕਾਂ ਨੂੰ ਗੱਲਾਂ ਕਰਨ ਪਰ ਜਨਾਬ ਮਨ ਅਸੀਂ ਠੇਲਾ ਚੁੱਕੀਏ ਜੋ ਮਰਜ਼ੀ ਕਰੀਏ ਅਸੀਂ ਲੋਕਾਂ ਵੱਲੋਂ ਪੈਸੇ ਲੈ ਕੇ ਤੇ 50 ਜਿਲਦਾਂ ਲਿਖਣ ਦੇ ਦਾਅਵੇ ਕਰਕੇ ਬਾਅਦ ਚ ਮੁਕਰਦੇ ਨਹੀਂ ਮਜ਼ਦੂਰੀ ਕਰ ਲੋ ਚੰਗਾ ਉਹਦੇ ਨਾਲ ਉਹ ਛੱਡੋ ਪਰਾਂ ਉਹ ਬਿਲਕੁਲ 50 ਦੇ 5 ਕੋਈ ਫਰਕ ਨਹੀਂ ਹੁੰਦਾ ਭਾਵੇਂ ਨਮਾਜ਼ਾਂ ਹੋਣ ਤੇ ਭਾਵੇਂ ਕਿਤਾਬਾਂ ਹੋਣ ਠੀਕ ਹੈ ਨਾ ਲੇਕਿਨ ਜਿਹੜਾ ਕਿਸੇ ਕੋਲੋਂ 5 ਲੈ ਕੇ 50 ਦਵੇ ਨਾ ਉਹ ਤੇ ਠੀਕ ਹੈ ਲੇਕਿਨ ਜਿਹੜਾ 50 ਲੈ ਕੇ ਵਾਪਸ 5 ਕਰੇ ਨਾ ਤੇ ਉਹ ਫਰਕ ਹੁੰਦਾ ਹੈ ਇਹ ਯਾਦ ਰੱਖਿਓ ਅੱਲਾ ਨੇ ਅਗਰ 5 ਲੈ ਕੇ ਤੇ 50 ਦਾ ਸਵਾਬ ਦਿੰਦਾ ਹੈ ਅੱਲਾ 5 ਲੈ ਕੇ ਤੇ 50 ਦਾ ਸਵਾਬ ਦਿੰਦਾ ਹੈ ਔਰ ਮਿਰਜ਼ਾ ਨੇ 50 ਦੇ ਪੈਸੇ ਲੈ ਕੇ 4.5 ਵੱਡੇ ਵਡੇਰੇ ਦੇ ਪੈਸੇ ਪਿੱਛੇ ਨੇ ਤੇ ਮੈਨੂੰ ਦੱਸੋ ਕਿ ਐਵੇਂ ਫਜ਼ੂਲ ਗੱਲਾਂ ਨਾ ਕਰੋ ਕਿ ਤੁਹਾਡੇ ਕਿਸੇ ਵੱਡੇ ਵਡੇਰੇ ਨੇ ਪੈਸੇ ਦਿੱਤੇ 50 ਕਿਤਾਬਾਂ ਦੇ ਤੁਹਾਨੂੰ 5 ਰੁਪਏ ਨੇ ਤੇ ਦੂਰ ਗੱਲ ਕਰੋ ਇਸ ਵਾਸਤੇ ਜੁਗਤਾਂ ਬੰਦ ਕਰੋ ਤੁਸੀਂ ਡਰਾਮੇ ਜਿਹੜੇ ਵੇਖਦੇ ਹੋ ਉਹ ਜੁਗਤਾਂ ਨਹੀਂ ਇੱਥੇ ਜਿਹੜੀ ਗੱਲ ਹੋ ਰਹੀ ਉਹਦੇ ਤੇ ਜਵਾਬ ਦੇਵੋ ਤੁਸੀਂ ਜਿਹੜਾ ਨਾਲ ਆਪਣੀ ਮਾਂ ਦਾ ਭਾਇਆ ਜੀ ਉਹਨੂੰ ਸਮਝਾਓ ਪਹਿਲਾਂ ਉਹ ਤੁਹਾਡੇ ਵਾਸਤੇ ਭਾਇਆ ਤੇ ਮੇਰੀ ਤੇ ਗੱਲ ਮੁਬੀਨ ਨਾਲ ਵੀ ਹੁੰਦੀ ਸੀ ਜੀ ਮੁਬੀਨ ਸਾਹਿਬ ਇਹ ਹਵਾਲਾ ਤੁਸੀਂ ਪੇਸ਼ ਕੀਤਾ ਉਹਨੂੰ ਫਿਰ ਠੱਪ ਨਹੀਂ ਲਵਾਂਗਾ ਤੁਸੀਂ ਵਿੱਚ ਬੋਲੇ ਹੋ ਅੱਛਾ ਇਹ ਹਵਾਲਾ ਜਿਹੜਾ ਮੁਬੀਨ ਸਾਹਿਬ ਤੁਸੀਂ ਦਿੱਤਾ ਇਹਦੇ ਵਿੱਚ ਤੇ ਨਵਾਬ ਸਦੀਕ ਹਸਨ ਖਾਨ ਸਾਹਿਬ ਜਿਹੜੇ ਨੇ ਉਹਦੀ ਤਰਦੀਦ ਤੇ ਕਰਦੇ ਨੇ ਕੀ ਗਲਤ ਕਰ ਲੈ ਹੋਰ ਕੀ ਹਵਾਲਾ ਹੈ ਤੇ ਪੇਸ਼ ਕਰੋ ਤੇ ਜਾਂ ਤੁਸੀਂ ਤਸਦੀਕ ਕਰ ਲਓ ਇੱਕ ਮਿੰਟ ਵਫਾਤੇ ਈਸਾ ਦੀ ਗੱਲ ਹੋ ਰਹੀ ਹੈ ਨਾ ਠਹਿਰੋ ਮੈਂ ਤੁਹਾਨੂੰ ਹਵਾਲਾ ਦੇਣਾ ਵਾ ਮੁਫਤੀ ਸਾਹਿਬ ਨੂੰ ਵੀ ਮੰਨਦੇ ਹੋ ਕਰ ਦੋਗੇ ਅੱਛਾ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਬੰਦਾ ਵਾਂ ਸਿੱਧਾ ਮੈਂ ਪਹਿਲਾਂ ਇਹਨੇ ਫਤਹੁਲ ਬਿਆਨ ਦਾ ਨਾਂ ਲਿਆ ਮੈਂ ਇਹਨੂੰ ਕਿਹਾ ਕਿ ਫਤਹੁਲ ਬਿਆਨ ਤੇ ਫੈਸਲਾ ਕਰ ਲੈਣੇ ਆ ਜੋ ਉਹਦੇ ਚ ਲਿਖਿਆ ਹੋਏਗਾ ਨਵਾਬ ਸਦੀਕ ਹਸਨ ਖਾਨ ਨੇ ਆਪਣੀ ਰਾਏ ਉਹ ਮੰਨ ਲਾਂਗੇ ਇਹਨੇ ਪੇਸ਼ ਕੀਤਾ ਹਵਾਲਾ ਤੁਸੀਂ ਚਲੋ
ਤਫਹੀਮੁਲ ਕੁਰਾਨ ਮੌਲਾਨਾ ਮੌਦੂਦੀ ਸਾਹਿਬ ਦੀ ਅਗਰ ਤੁਸੀਂ ਪੇਸ਼ ਕਰਨ ਲੱਗੇ ਹੋ, ਕਿਉਂਕਿ ਮੈਨੂੰ ਸਾਰੇ ਪਤਾ ਨਹੀਂ ਸਕੀ ਪਏ, ਅਗਰ ਤਫਹੀਮੁਲ ਕੁਰਾਨ ਦੇ ਵਿੱਚ ਵੀ ਫੈਸਲਾ ਕਰ ਲਈਏ ਕਿ ਮੌਦੂਦੀ ਸਾਹਿਬ ਨੇ ਕਿਹੜੀ ਗੱਲ ਨੂੰ ਰਾਜੇ ਕਰਾਰ ਦਿੱਤਾ ਤੇ ਮੰਨ ਲੋਗੇ? ਮੇਰੀ ਤੁਸੀਂ ਗੱਲ ਤਫਹੀਮੁਲ ਕੁਰਾਨ ਦੇ ਬਾਅਦ ਜਾਵਾਂਗੇ, ਠੀਕ ਹੈ। ਪਹਿਲਾਂ ਜਿਹੜਾ ਤੁਹਾਨੂੰ ਮੈਂ ਹਵਾਲਾ ਪੇਸ਼ ਕੀਤਾ, ਹਾਂਜੀ, ਉਹਦਾ ਹਵਾਲਾ ਬਿਆਨ ਦਾ, ਉਹਦੇ ਚ ਕੀ ਹੈ? ਉਹਦੇ ਚ ਉਹਨਾਂ ਇਹ ਲਿਖਿਆ ਕਿ ਉਹਨਾਂ ਦੀ ਵਫਾਤ ਹੋ ਗਈ ਸੀ ਪਹਿਲਾਂ, ਉਹਨਾਂ ਦੀ ਤਰਦੀਦ ਲਿਖਿਆ ਉਹਨਾਂ ਕਿਹਾ ਕਿ ਇਹ ਕਿਹਾ ਗਿਆ ਹੋਵੇ ਤੇ ਗਲਤ ਹੈ। ਉਹਨਾਂ ਨੇ ਇਹ ਤੇ ਕਿਹਾ ਨਾ ਕਿ ਉਹਨਾਂ ਨੇ ਕਿਹਾ ਨਾ ਕਿ ਰੂਹ ਉਠਾਣੇ से पहले वफात दी गई, ਅੱਗੋਂ ਉਹ ਉਹਨਾਂ ਨੇ ਪੂਰਾ ਲਿਖਿਆ ਕਿ ਗਲਤ ਹੈ। ਅੱਛਾ, ਮੇਰੀ ਗੱਲ ਸੁਣ। ਈਸਾਈਆਂ ਦਾ ਅਕੀਦਾ ਕੀ ਹੈ? ਜਿਹੜਾ ਅੱਜ ਈਸਾਈ ਉਹਨਾਂ ਦਾ ਅਕੀਦਾ ਕੀ ਹੈ? ਉਹਨਾਂ ਦਾ ਅਕੀਦਾ ਇਹ ਨਹੀਂ ਕਿ ਸਲੀਬ ਉੱਤੇ ਹਜ਼ਰਤ ਈਸਾ ਅਲੈਹਿਸਲਾਮ ਦੀ ਵਫਾਤ ਹੋ ਗਈ ਤੇ 3 ਦਿਨ ਤੱਕ ਉਹ ਮੁਰਦਾ ਰਹੇ ਤੇ 3 ਦਿਨ ਤੋਂ ਬਾਅਦ ਜ਼ਿੰਦਾ ਕਰਕੇ ਉਠਾਏ ਗਏ, ਹੈ ਕਿ ਨਹੀਂ? ਲੇਕਿਨ ਬਾਈਬਲ 'ਚ ਨਹੀਂ ਲਿਖਿਆ, ਲੇਕਿਨ ਬਾਈਬਲ ਦੇ ਵਿੱਚ ਇਹ ਨਹੀਂ ਲਿਖਿਆ ਕਿ ਈਸਾ ਅਲੈਹਿਸਲਾਮ ਸਲੀਬ ਦੇ ਉੱਤੇ ਫੌਤ ਹੋ ਗਈ। ਜਨਾਬ ਅਕੀਦਾ ਭਾਵੇਂ ਰਿਹਾ ਲੇਕਿਨ ਬਾਈਬਲ ਵਿੱਚ ਇਹ ਨਹੀਂ ਲਿਖਿਆ ਕਿ ਸਲੀਬ। ਈਸਾਈਆਂ ਦਾ ਅਕੀਦਾ, ਈਸਾਈ ਕਹਿੰਦੇ ਨੇ ਕਿ ਨਹੀਂ, ਉਹਨਾਂ ਇਹ ਨਹੀਂ ਲਿਖਿਆ, ਲੇਕਿਨ ਬਾਈਬਲ ਦੇ ਵਿੱਚ ਨਹੀਂ ਲਿਖਿਆ ਯਾਰ। ਤੇ ਨਵਾਬ ਸਦੀਕ ਹਸਨ ਖਾਨ ਨੇ ਲਿਖਿਆ ਕਿ ਲਿਖਿਆ ਵੇ ਕਿਤੇ, ਉਹਨਾਂ ਕਿਹਾ ਕੀਲਾ ਕਿਹਾ ਗਿਆ ਵੇ, ਕਹਿਣ ਦੀ ਗੱਲ ਉਹਨਾਂ ਕੀਤੀ ਹੈ, ਯਾਨੀ ਇਸ ਗੱਲ ਨੂੰ ਤੂੰ ਫੜਨ ਲਿਆ। ਉਹਨਾਂ ਨੇ ਕੋਈ ਸਾਈਆਂ ਦਾ ਨਾਂ ਲਿਆ। ਅੱਛਾ, ਹੁਣ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਤੁਹਾਡੇ ਉਹਨਾਂ ਮੁਸਲਮਾਨਾਂ ਦਾ ਨਾਂ ਲਿਆ, ਠੀਕ ਹੈ। ਔਰ ਉਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਕਹਿ ਦਿੱਤਾ ਕਿ ਨਵਾਬ ਜਦੋਂ ਤਫਸੀਰ ਲਿਖੀ ਉਹਦੇ ਤੋਂ ਪਹਿਲਾਂ ਵਾਕਈ ਇਹ ਗੱਲ ਕਹਿਣੀ ਸ਼ੁਰੂ ਹੋ ਗਈ ਸੀ। ਉਹਦਾ ਮੈਂ ਤੁਹਾਨੂੰ ਦਿੱਤਾ ਕਿ ਚਲੋ ਤੁਸੀਂ ਮਿਰਜ਼ਾ ਸਾਹਿਬ ਦਾ ਨਹੀਂ ਮੰਨਦੇ, ਸਰ ਸੈयद ਅਹਿਮਦ ਖਾਨ ਨੇ ਮਿਰਜ਼ਾ ਸਾਹਿਬ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਹਜ਼ਰਤ ਈਸਾ ਫੌਤ ਹੋ ਗਏ ਨੇ, ਤੇ ਉਹਨਾਂ ਨੇ ਫਿਰ ਅੱਗੇ ਤਰਦੀਦ ਕੀਤੀ ਔਰ ਸਾਫ਼ ਲਿਖਿਆ ਕਿ ਉਹਨਾਂ ਨੂੰ ਮੌਤ ਨਹੀਂ ਆਈ, ਉਹ ਅਸਮਾਨ ਤੇ ਬਾਕੀ ਨੇ, ਉਸੇ ਜ਼ਿੰਦਗੀ ਨਾਲ ਬਾਕੀ ਨੇ ਜਿਹੜੀ ਜ਼ਮੀਨ ਤੇ ਸੀ। ਇਹ ਤੋਂ ਸਾਫ਼ ਲਿਖਿਆ ਤੁਹਾਨੂੰ ਮੈਂ ਕੀ ਵਿਖਾਵਾਂ ਹੁਣ। ਉਹਨਾਂ ਨੇ ਜੇ ਕੋਈ ਲਿਖਿਆ, ਲੇਕਿਨ ਉਹਨਾਂ ਨੇ ਇਹ ਲਿਖਿਆ ਨਾ ਕੀਲਾ ਕਹਾ ਜਾਂਦਾ ਹੈ। ਅੱਛਾ ਯਾਰ, ਤੁਸੀਂ ਦੱਸੋ ਕਿੰਨੇ ਕਿਹਾ ਦੱਸੋ। ਨਹੀਂ, ਤੁਹਾਨੂੰ ਨਵਾਬ ਸਦੀਕ ਹਸਨ ਖਾਨ ਸਾਹਿਬ ਦੀ ਗੱਲ ਤੇ ਇਤਬਾਰ ਹੈ, ਉਹਨਾਂ ਲਿਖਿਆ ਤੇ ਠੀਕ ਲਿਖਿਆ। ਬੰਦਾ ਜਿਹਦਾ ਹਵਾਲਾ ਪੇਸ਼ ਕਰਦਾ, ਹਾਂਜੀ, ਔਰ ਤੁਸੀਂ ਹਵਾਲਾ ਪੇਸ਼ ਕੀਤਾ ਕੱਟ ਕੇ, ਤੁਸੀਂ ਗਲਤ ਮਫਹੂਮ ਬਿਆਨ ਕੀਤਾ। ਤੁਸੀਂ ਕਿਹਾ ਕਿ ਨਵਾਬ ਸਾਹਿਬ ਨੇ ਲਿਖਿਆ ਕਿ ਜੀ ਉਹਨਾਂ ਦੀ ਰਫਾ ਤੋਂ ਪਹਿਲਾਂ ਵਫਾਤ ਹੋ ਗਈ ਸੀ, ਹਾਲਾਂਕਿ ਉਹ ਕਹਿੰਦੇ ਨੇ ਕਿ ਇਹ ਗੱਲ ਕਹੀ ਹੈ, ਜਿਹਨੇ ਕਹੀ ਹੈ ਗਲਤ ਕਹੀ ਹੈ। ਇਹ ਦੋਵਾਂ 'ਚ ਫਰਕ ਹੈ ਗੱਲਾਂ 'ਚ। ਔਰ ਉਹਨਾਂ ਤੋਂ ਪਹਿਲਾਂ ਸਰ ਸੈयद ਅਹਿਮਦ ਖਾਨ ਇਹ ਗੱਲ ਕਹਿ ਚੁੱਕਿਆ ਸੀ, ਔਰ ਉਹਨਾਂ ਤੋਂ ਪਹਿਲਾਂ ਈਸਾਈ ਸਾਰੇ ਇਹੀ ਕਹਿੰਦੇ ਰਹੇ ਨੇ, ਔਰ ਹੁਣ ਤੱਕ ਵੀ ਈਸਾਈ ਇਹੀ ਕਹਿੰਦੇ ਨੇ। ਇਹਦੇ 'ਚ ਕੋਈ ਐਡੀ ਕੋਈ ਗੱਲ ਨਹੀਂ। ਤੁਸੀਂ ਆਪਣੀ ਗੱਲ ਇਸ਼ਾਰਾ ਈਸਾਈਆਂ ਦਾ ਲੈ ਗਏ ਹੋ, ਪਹਿਲਾਂ ਸਰ ਸੈयद ਅਹਿਮਦ ਖਾਨ ਤੁਸੀਂ ਰੱਖਦੇ ਰਹੇ ਹੋ। ਔਰ ਯਾਰ ਈਸਾਈਆਂ ਨੂੰ ਸ਼ਾਮਿਲ ਕਰ ਲਓ, ਸਾਰੇ ਨੂੰ ਸ਼ਾਮਿਲ ਕਰ ਲਓ। ਇਹ ਕੀਲਾ ਵਿੱਚ ਉਹਨਾਂ ਨੇ ਲਿਖਿਆ ਕਿ ਮੁਸਲਮਾਨਾਂ, ਈਸਾਈਆਂ, ਯਹੂਦੀਆਂ ਨੇ ਕਿਹਾ ਕੀਲਾ ਕਹਾ ਗਿਆ, ਫਿਰ ਤੁਸੀਂ ਪੁੱਛੋ ਕਿੰਨੇ ਕਿਹਾ ਗਿਆ ਕਿ ਤੁਸੀਂ ਕਿਹਾ ਕੀਲਾ ਵਿੱਚ ਮਾਈ ਦੇ ਬਾਅਦ ਤੁਸੀਂ ਕਿਹਾ ਕੀਲਾ ਸੀਗਾ ਬਾਈ ਦੇ ਵਿੱਚ ਆਂਦਾ ਇੱਕ ਬੰਦਾ ਲਵੋਗੇ ਤੁਸੀਂ ਹੁਣ ਪੂਰੀ ਈਸਾਈ ਕੌਮ ਦਾ ਮਾਮਲਾ। ਜਨਾਬ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਕਿਹਾ ਮਾਜ਼ੀ ਮਜਹੂਲ ਦਾ ਸੀਗਾ, ਇਹ ਕਿਹਾ ਤੁਹਾਨੂੰ ਕੀਲਾ ਦੇ ਵਿੱਚ ਇਹਦਾ ਤਰਜਮਾ ਕਹਾ ਗਿਆ, ਨਾ ਇਹਦੇ ਚ ਇਹ ਵੇ ਕਿ ਕਿੰਨਿਆਂ ਨੇ ਕਿਹਾ, ਨਾ ਇੱਕ ਨੇ, ਨਾ ਤੁਹਾਨੂੰ ਮੈਂ ਕਦੋਂ ਕਿਹਾ ਵਾਹਿਦ ਹੈ, ਮੈਂ ਤੁਹਾਨੂੰ ਕਿਹਾ ਮਾਜ਼ੀ ਮਜਹੂਲ ਦਾ ਸੀਗਾ, ਇਹ ਕਿਹਾ ਤੁਹਾਨੂੰ। ਤੁਹਾਨੂੰ ਅਰਬੀ ਨਹੀਂ ਆਂਦੀ, ਭੁੱਲ ਜਾਂਦੇ ਅਸਲ ਤੇ ਫੇਰ ਹੁੰਦਾ ਹੈ। ਸੈयद ਖਾਨ ਨੇ ਸਾਰਾ ਕਰਕੇ ਕਿ ਇੱਕ ਬੰਦੇ ਨੇ ਕਿਹਾ ਸੀ, ਤੁਸੀਂ ਉਹਨਾਂ ਨੂੰ ਇਸ਼ਾਰਾ ਕੀਤਾ, ਤੁਸੀਂ ਰਿਕਾਰਡਿੰਗ ਵਾਪਸ ਰਿਵਾਈਂਡ ਕਰਕੇ ਸੁਣ ਲਵੋ। ਮੇਰੀ ਗੱਲ ਸੁਣੋ ਮੁਬੀਨ ਸਾਹਿਬ, ਤੁਹਾਨੂੰ ਮੈਂ ਸ਼ੁਰੂ ਚ ਕਿਹਾ ਵੇ ਕਿ ਅਰਬੀ ਦੇ ਮਸਲੇ ਦੇ ਵਿੱਚ ਅਲਹਮਦੁਲਿਲਾ ਮੈਂ MA ਅਰਬੀ ਕੀਤਾ ਦਾ, ਮੈਂ ਅਰਬੀ ਪੜਾਉਣਾ ਵਾ ਕਾਲਜ ਵਿੱਚ। ਅਰਬੀ ਦੇ ਮਸਲੇ 'ਚ ਤੁਸੀਂ ਮੈਨੂੰ ਨਾ ਹਸੋਕ ਵਗੈਰਾ, ਅਰਬੀ ਅਲਹਮਦੁਲਿਲਾ ਮੈਨੂੰ ਇੰਨੀ ਕੁ ਆਂਦੀ ਕਿ ਮੈਂ ਉਹਦਾ ਨਾਂ ਕੀ ਹੈ ਤੁਹਾਡੇ ਨਾਲੋਂ ਜ਼ਿਆਦਾ ਆਂਦੀ ਹੈ। ਸਬਾ ਜ਼ਫਰ ਸਾਹਿਬ ਥੋੜੀ ਆਂਦੀ ਹੈ ਨਾ, ਸਾਨੂੰ ਵੀ ਥੋੜੀ ਜ਼ਿਆਦਾ। ਇਹਦੇ ਬਾਰੇ ਚ ਮੇਰੇ ਨਾਲ ਨਾ ਆਰਗੂਮੈਂਟ ਕਰੋ ਕਿ ਅਰਬੀ ਦੇ ਸਾਨੂੰ ਵੀ ਦੱਸ ਦਿਓ, ਅਸੀਂ ਵੀ ਉੱਥੇ ਆ ਜਾਾਂਗੇ, ਠੀਕ ਹੈ ਨਾ ਜਨਾਬ। ਮਨ ਉਰਦੂ ਕੀਲਾ ਦਾ ਮੰਨ ਲਿਆ, ਵਾਹਿਦ ਦਾ ਤੁਸੀਂ ਕੀਲਾ ਵਾਹਿਦ ਦਾ ਮੰਨ ਲਿਆ, ਹੁਣ ਤੁਸੀਂ ਕੀਲਾ ਜਮਤ ਲੈ ਰਹੇ ਹੋ। ਮੇਰੀ ਗੱਲ ਸੁਣੋ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਕਾਲਾ ਯਕੂਲੂ ਬਾਦ ਜਿਹਦਾ ਮੈਨਾ ਹੁੰਦਾ ਕੌਲ ਕੋਲੋਂ ਕਹਿਣਾ, ਠੀਕ ਹੈ ਨਾ। ਫੀਲ ਆ ਜਿਹੜਾ ਵੇ ਇਹ ਮਾਜ਼ੀ ਮਜਹੂਲ ਵਾਹਿਦ ਮੁਜ਼ੱਕਰ ਗਾਇਬ ਦਾ ਹੀ ਸੀਗਾ ਵੇ, ਠੀਕ ਹੈ ਨਾ, ਅਗਰ ਤੁਸੀਂ ਕਹਿੰਦੇ ਹੋ। ਲੇਕਿਨ ਜਦੋਂ ਹੋਏਗਾ ਨਾ ਕਾਲਾ ਮਾਰੂਫ ਕਹਾ, ਉਦੋਂ ਉਹਦਾ ਮੈਨਾ ਹੋਏਗਾ ਏਕ ਨੇ ਕਹਾ, ਕਾਲਾ ਦੋ ਨੇ ਕਹਾ, ਕੁਲਨਾ ਕਾਲੂ तीन ने कहा या ज्यादा ने कहा, ठीक है ना। मेरी गल हाँ फील है जड़ा वे जो मजहूल हो जाएगा ना तो ओदा मैना हो जाता है कहा गया एदा मैना इहदे च फाइल नहीं कि असीं कहिए कि एक या दो तीन ने हजार बंदे ने भी कहा तो कह सकते हो कीला ए गल कही गई है
ਇੱਕ ਬੰਦੇ ਨੇ ਵੀ ਤੁਸੀਂ ਹੁਣ ਕਿਹਾ ਕਿ ਕੀਲ ਆ ਜਾਏ ਤੇ ਵਾਹਿਦ ਮੁਜ਼ੱਕਰ ਵਾਸਤੇ ਆਂਦਾ, ਤੁਸੀਂ ਹੁਣ ਕਿਹਾ ਕੀਲ ਆ ਜਾਏ ਤੇ ਵਾਹਿਦ ਮੁਜ਼ੱਕਰ ਵਾਸਤੇ ਆਂਦਾ, ਤੁਸੀਂ ਆਪੋ ਕਿਹਾ ਤੁਹਾਨੂੰ ਇਨਾਮ ਨਹੀਂ ਮਿਲੇ ਤੁਹਾਨੂੰ ਮੈਂ ਇਹੀ ਪੈ ਕਹਿਣਾ ਕਿ ਕੀਲਾ ਹੁਣ ਵੀ ਤਾਂ ਕਹਿਣਾ ਕਿ ਵਾਹਿਦ ਮੁਜ਼ੱਕਰ ਗਾਇਬ ਦਾ ਕੀਲਾ ਇਹੀ ਪੈ ਕਹਿਣਾ, लेकिन एदा तर्जमा कीला दा मजहूल वाला कहा गया ਇਹਦੇ ਵਿੱਚ ਜਦੋਂ ਤਰਜਮਾ ਕਰਾਂਗੇ ਕੀਲਾ ਕਹਾ ਗਿਆ ਤੇ ਜ਼ਰੂਰੀ ਨਹੀਂ ਕਿ ਇੱਕ ਹੀ ਹੋਏ, ਇੱਕ ਬੰਦੇ ਨੇ ਕਿਹਾ, ਕਿਸੇ ਨੇ ਵੀ ਇੱਕ ਨੇ ਵੀ ਗੱਲ ਕਹੀ ਹੋਏ ਤੇ ਕੀਲਾ ਕਹਿ ਸਕਦੇ ਹੋ, 10 ਨੇ ਵੀ ਗੱਲ ਕਹੀ ਤੇ ਕੀਲਾ ਕਹਿ ਸਕਦੇ, ਤੇ ਮੈਨੇ ਕਹਾ ਗਿਆ, ਇਹ ਤੁਹਾਨੂੰ ਸਮਝਾ ਰਿਹਾ। ਹੁਣ ਤੁਸੀਂ ਇਹਨੂੰ ਨਹੀਂ ਸਮਝੀ ਹਾਲੇ ਵੀ ਗੱਲ ਤੇ ਮੇਰੀ ਜੋ ਵੀ ਕਹੋ, ਨਵਾਬ ਸਾਹਿਬ ਨੇ ਕਿਹਾ ਕਿ ਗੱਲ ਕਹੀ ਗਈ ਹੈ, ਇਹ ਗੱਲ ਕਹੀ ਗਈ ਹੈ, ਠੀਕ ਹੈ ਨਾ, ਇਹ ਗੱਲ यार मुबीन यार तेरी अजी कॉलेज की उम्र नहीं हुई, पहले मैट्रिक पास कर ले फिर बात पूछी। गल है कि मैं अब वो को स्टूडेंट आंदा अफसोस करना, मैं इस वास्ते पूछया कि कितने पढ़ांदे ने। अच्छा ਤੁਸੀਂ ਅਰਬੀ ਚ ਗੱਲ ਕਰਨੀ ਹੈ ਮੇਰੇ ਨਾਲ। ਖੋਖਰ ਸਾਹਿਬ ਗੱਲ ਸੁਣੋ, ਤੁਸੀਂ ਅੱਗੇ ਕਿਹਾ ਸੀ ਕਿ ਕੀਲਾ ਵਾਹਿਦ ਕਿਹਾ ਸੀ ਨਾ, ਤੁਸੀਂ ਕਿਹਾ ਸੀ ਬਈ ਇੱਕ ਬੰਦਾ ਨੇ ਕਿਹਾ ਜਾਨ ਕਿ ਸਰ ਸਈਦ ਅਹਿਮਦ ਖਾਨ ਨੇ ਕਿਹਾ ਸੀ, ਠੀਕ ਹੈ, ਤੁਸੀਂ ਉਹਨਾਂ ਸਿਰਫ ਵਾਹਿਦ, ਤੁਸੀਂ ਸਿਰਫ ਉਹਨਾਂ ਦਾ ਜ਼ਿਕਰ ਕੀਤਾ ਸੀ। अच्छा कि उन्होंने किया किस वजह तो नवाब सिद्दीक हसन साहब ने किया कि कहा जाता है क्योंकि उन्होंने किया ਸੀ। ਫਿਰ ਬਾਅਦ ਵਿੱਚ ਤੁਸੀਂ ਆਪਣੀ ਤਬਦੀਲ ਆਪ ਹੀ ਕਰ ਦਿੱਤੀ ਕਿ ਈਸਾਈ ਵੀ ਇਹ ਕਹਿੰਦੇ ਨੇ ਕਿ ਈਸਾ ਅਲੈਹਿਸਲਾਮ ਨੂੰ ਰਫਤ ਪਹਿਲਾਂ ਉਹਨਾਂ ਦੀ ਵਫਾਤ ਹੋ ਗਈ ਸੀ, ਫਿਰ ਬਾਅਦ ਚ 3 ਦਿਨ ਬਾਅਦ ਸਵਾਨ ਤੇ ਉਠਾਏ ਗਏ, ਠੀਕ, ਉਸ ਤੋਂ ਬਾਅਦ ਤੁਸੀਂ ਪੂਰੀ ਈਸਾਈ ਵੀ ਕੌਮ ਲੈ ਲਈ, ਫਿਰ ਬਾਅਦ ਚ ਤੁਸੀਂ ਕਿਹਾ ਜੋ ਵੀ ਕਹਿੰਦਾ ਕੀ ਦਾ ਵੀ ਤੁਸੀਂ ਸਰ ਲੈ ਆਏ, ਤੁਸੀਂ ਇੱਕ ਗੱਲ ਤਰ੍ਹਾਂ ਨਾ ਤੁਸੀਂ ਕਿ ਕੀ ਦਾ। ਅੱਛਾ ਇਹਨਾਂ ਤਿੰਨਾਂ ਗੱਲਾਂ ਚੋਂ ਤੁਹਾਨੂੰ ਕਿਹੜੀ ਗੱਲ ਕਬੂਲ ਹੈ? ਜਿਹੜੀ ਤੁਹਾਨੂੰ ਕਬੂਲ ਹੈ ਨਾ ਉਹ ਰੱਖੋ, ਅੱਗੇ ਚਲੋ ਜਿਹੜੀ ਤੁਹਾਨੂੰ ਕਬੂਲ ਹੈ ਕਹੋ, ਲੇਕਿਨ ਕਿਸੇ ਮੁਫੱਸਿਰ ਨੇ ਨਹੀਂ ਕਿਹਾ, ਇਹ ਮੈਂ ਤੁਹਾਨੂੰ ਚੈਲੰਜ ਦੇ ਦਿੱਤਾ, ਕਿਸੇ ਮੁਹੱਦਿਸ ਮੁਜੱਦਿਦ ਨੇ ਨਹੀਂ ਕਿਹਾ। ਫਿਰ ਨਵਾਬ ਸਿੱਦੀਕ ਹਸਨ ਸਾਹਿਬ ਨੇ ਝੂਠ ਮਾਰਿਆ। ਨਵਾਬ ਸਿੱਦੀਕ ਹਸਨ ਖਾਨ ਤੋਂ ਪਹਿਲਾਂ ਸਰ ਸੈਦ ਅਹਿਮਦ ਖਾਨ ਮਰ ਚੁੱਕਿਆ ਸੀ, ਉਹਨਾਂ ਤੋਂ ਪਹਿਲਾਂ ਜਿਹੜੇ ਨੇ ਸਾਈ ਹਜ਼ਾਰਾਂ ਸਾਲਾਂ ਤੋਂ ਇਹ ਕਹਿ ਰਹੇ ਸਨ, ਉਹਨਾਂ ਤੋਂ ਪਹਿਲੇ ਮਿਰਜ਼ਾ ਕਾਦੀਆਨੀ ਨੂੰ ਵੀ ਆਪਣਾ ਅਕੀਦਾ ਬਦਲ ਚੁੱਕਿਆ ਸੀ ਤਫਸੀਰ ਲਿਖਣ ਤੋਂ ਪਹਿਲਾਂ। ਤੁਹਾਨੂੰ ਮੈਂ ਬਾਰ-ਬਾਰ ਸਮਝਾਉਣਾ ਪਿਆ, ਤੁਸੀਂ ਫੇਰ ਵੀ ਕਹਿੰਦੇ ਹੋ ਕਿ ਨਹੀਂ ਝੂਠ ਮਾਰਿਆ ਸੀ। ਸਰ ਸੈਦ ਅਹਿਮਦ ਖਾਨ ਨੇ ਨਹੀਂ ਸੀ ਕਿਹਾ ਕਿ ਹਜ਼ਰਤ ਈਸਾ ਫੌਤ ਹੋ ਚੁੱਕੇ ਨੇ, ਝੂਠ ਮਾਰਿਆ ਸੀ ਤੇ ਪੇਸ਼ ਕਿਉਂ ਕੀਤਾ ਤੂੰ ਫਿਰ? ਤੇ ਨਵਾਬ ਸਿੱਦੀਕ ਹਸਨ ਖਾਨ ਉਹ ਪੇਸ਼ ਕਰਕੇ ਉਹਦੀ ਤਰਦੀਦ ਪੇ ਕਰਦੇ ਨੇ ਔਰ ਅੱਗੇ ਪੇ ਲਿਖਦੇ ਨੇ ਕਿ ਉਹਨਾਂ ਨੂੰ ਮੌਤ ਨਹੀਂ ਆਈ, ਅਸਮਾਨ ਤੇ ਜਿੰਦਾ ਨੇ। ਤੁਸੀਂ ਹਵਾਲਾ ਪੇਸ਼ ਕਰਦੇ ਆ, ਅਗਲੇ ਲਫ਼ਜ਼ ਕਿਉਂ ਨਹੀਂ ਪੇਸ਼ ਕੀਤੇ? ਮੈਂ ਵਫਾਤ ਦਾ ਜ਼ਿਕਰ, ਤੁਸੀਂ ਕਿਹਾ ਸੀ ਮੈਨੂੰ ਕਿਸੇ ਤਫਸੀਰ ਤੋਂ ਵਫਾਤ ਵਿਖਾ ਦੇ, ਮੈਂ ਤੁਹਾਨੂੰ ਵਿਖਾਈ ਹੈ, ਤੁਸੀਂ ਆਪ ਮੰਨ ਕੇ ਕੀ ਦਾ ਸਾਰਿਆਂ ਨੇ ਕਾਟ ਨਹੀਂ ਕਹਾ। ਉਹ ਹਿਸਾਬ ਹੋ ਗਿਆ ਜਿਹੜੇ ਤੁਹਾਡੇ ਨਾਲ ਬੈਠੇ ਨੇ ਨਾ, ਉਹ ਹਿਸਾਬ ਹੋ ਗਿਆ। ਉਹਨਾਂ ਨੇ ਮਿਸਾਲ ਦਿੱਤੀ ਸੀ ਕਿ ਇੱਕ ਕੋਈ ਬੰਦਾ ਕਵੇ ਨਾ ਓਏ ਕੁਰਾਨ ਚ ਹੁੰਦਾ ਵੇ ਕਿ ਨਮਾਜ਼ ਦੇ ਕਰੀਬ ਨਾ ਜਾਓ, ਤੇ ਚੈਲੰਜ ਕਰ ਦਿਓ, ਤੁਸੀਂ ਉਹਨੂੰ ਚੈਲੰਜ ਕਰ ਦਿਓ, ਤੂੰ ਮੈਨੂੰ ਵਿਖਾ ਕੁਰਾਨ ਚ ਕਿੱਥੇ ਲਿਖਿਆ ਨਮਾਜ਼ ਦੇ ਕਰੀਬ ਨਾ ਜਾਓ, ਕਿ ਜੀ ਲਾ ਤਕਰਬੁ ਸਲਾਤ ਆ, ਅੱਲਾ ਨੇ ਹੁਕਮ ਦਿੱਤਾ ਨਮਾਜ਼ ਦੇ ਕਰੀਬ ਨਾ ਜਾਓ, ਯਾਨੀ ਇਹੋ ਜਿਹਾ ਹਵਾਲਾ ਤੁਸੀਂ ਪੇਸ਼ ਕੀਤਾ ਕਿ ਤੂੰ ਵਿਖਾ ਕਿੱਥੇ ਗਿਆ। ਹਾਂ ਇਹਦੇ ਬਗੈਰ ਹਵਾਲਾ ਪੇਸ਼ ਕੋਈ ਕਰੇਗਾ ਤੈਨੂੰ ਪਾਗਲ ਹੀ ਕਹੋਗੇ ਨਾ ਕਿ ਤੂੰ ਕਿਸ ਤਰ੍ਹਾਂ ਪਿਆ। ਅੱਲਾ ਨੇ ਇਹ ਨਹੀਂ ਕਿਹਾ ਕਿ ਨਮਾਜ਼ ਦੇ ਕਰੀਬ ਨਾ ਜਾਓ, ਅੱਲਾ ਨੇ ਕਿਹਾ ਕਿ ਵਨ ਤੁਮ ਸੁਕਾਰਾ ਹੋ ਤੇ ਨਾ ਕਰੀਬ ਜਾਓ। ਤੇ ਤੁਸੀਂ ਵੀ ਉਹ ਹਵਾਲਾ ਪੇਸ਼ ਕੀਤਾ, ਤੁਸੀਂ ਨਵਾਬ ਸਿੱਦੀਕ ਹਸਨ ਖਾਨ ਦਾ ਤਫਤੁਲ ਬਿਆਨ ਦਾ ਹਵਾਲਾ ਪੂਰਾ ਪੇਸ਼ ਕਰੋ ਤਾਂ ਕਿ ਪਤਾ ਲੱਗੇ ਅਗਲੇ ਬੰਦੇ ਨੂੰ ਕਿ ਬਿਆਨ ਕਿਉਂ। ਮੇਰੀ ਹੁਣ ਤੁਸੀਂ ਪੂਰੀ ਗੱਲ ਸੁਣੋ। ਤੁਸੀਂ ਮੈਨੂੰ ਕਿਹਾ ਕਿਸੇ ਵੀ ਤਫਸੀਰ ਚ ਮੈਨੂੰ ਹਵਾਲਾ ਕਰ ਦੇ, ਤੁਸੀਂ ਕਿਹਾ ਨਾ, ਤੁਸੀਂ ਅੱਗੋਂ ਐਵੇਂ ਸ਼ੁਕਰ ਅਲਹਮਦੁਲਿल्लाह ਮੰਨ ਕੇ ਕੀ ਲੈ ਕੇ ਸਾਰਿਆਂ ਨੇ ਕਹਾ, ਕਿਸੇ ਨੇ ਵੀ ਕਹਾ, ਠੀਕ ਹੈ, ਤੁਸੀਂ ਆਖਿਆ ਗੱਲ ਫੇਰ ਸੁਣ ਲਓ ਰਿਕਾਰਡਿੰਗ ਵਿੱਚ ਰਿਕਾਵਾ। ਮੈਂ ਤੁਹਾਨੂੰ ਕਿਹਾ ਕਿਸੇ ਮੁਫੱਸਿਰ ਇਹ ਲਫ਼ਜ਼ ਸਨ, ਕਿਸੇ ਮੁਫੱਸਿਰ, ਕਿਸੇ ਮੁਜੱਦਿਦ, ਕਿਸੇ ਮੁਹੱਦਿਸ ਨੇ ਇਹ ਨਹੀਂ ਕਿਹਾ ਕਿ ਹਜ਼ਰਤ ਈਸਾ अलैहिस्सलाम ਫੌਤ ਹੋ ਚੁੱਕੇ ਨੇ, ਇਹ ਮੇਰਾ ਲਫ਼ਜ਼ ਸਨ, ਸਮਝਾਈ ਕਿ ਨਹੀਂ? ਹੋਰ ਸਰ ਸੈयद अहमद खान ਜਿਹੜਾ ਵੀ ਉਹਨੇ ਕਿਹਾ ਤੇ ਉਹਨੇ ਤੇ ਉਹ ਹੈ ਹੀ ਮੁਨਕਰ ਹਦੀਸ ਤੇ ਮੌਜਜ਼ਾਤ ਦਾ ਵੀ ਮੁਨਕਰ ਸੀ, ਉਹਨੂੰ ਮੈਂ ਕਿੱਥੇ ਮੁਫੱਸਿਰ ਮੰਨਣਾ। ਤੁਸੀਂ ਇਹ ਕਰੋ ਕਿ ਇੱਕ ਲਿਸਟ ਬਣਾ ਲਵੋ ਆਪਣੀ ਮਰਜ਼ੀ ਦੇ ਬੰਦੇ ਜਿਹੜੇ ਨੇ ਉਹਦੇ ਚੁਣ ਲਓ। ਯਾਰ ਮੁਬੀਨ ਤੂੰ ਦੱਸ ਹੋਰ ਕਿਹਨੇ ਕਿਹਾ ਸੀ, ਤੂੰ ਦੱਸ ਦੇ। ਮੈਂ ਤੁਹਾਨੂੰ ਸ਼ੁਰੂ ਵਿੱਚ ਕਹਿ ਦਿੱਤਾ ਹੈ, ਮਿਰਜ਼ਾ ਸਾਹਿਬ ਤੋਂ ਪਹਿਲਾਂ 13 ਸਦੀਆਂ ਵਿੱਚੋਂ ਤੁਸੀਂ ਆਪਣੀ ਮਰਜ਼ੀ ਦਾ ਇੱਕ ਮੁਫੱਸਰ ਜਿਹੜਾ ਮੁਸਤਨਦ ਮਸ਼ਹੂਰ ਮੁਫੱਸਰ ਹੋਏ ਉਹਦੇ ਨਾਂ ਦੇ ਦਿਓ, ਉਹਦੇ ਤੇ ਫੈਸਲਾ ਕਰ ਲੈਂਦੇ ਆ। ਮੈਂ ਤੁਹਾਨੂੰ ਸ਼ੁਰੂ ਚ ਕਿਹਾ ਸੈयद अहमद खान ਨੂੰ ਨਹੀਂ ਮੰਨਦੇ, ਦੁਨੀਆ ਮੰਨਦੀ ਹੈ, ਤੇ ਕੀ ਗੱਲ ਹੈ ਅਸੀਂ ਉਹਨੂੰ ਝੁਠਲਾ ਦਈਏ? ਅੱਛਾ ਮਿਰਜ਼ਾ ਕਾਦੀਆਨੀ ਦੇ ਬਾਰੇ ਗੱਲ ਸੁਣੋ। ਨਹੀਂ ਇੱਕ ਮਿੰਟ ਠਹਿਰ ਜਾ। ਸਰ सैयद अहमद खान ਨੇ ਮਿਰਜ਼ਾ ਕਾਦੀਆਨੀ ਦੇ ਬਾਰੇ ਜੋ ਲਿਖਿਆ ਹੈ ਨਾ, ਪੜਿਆ ਜੇ ਕਦੇ? ਤੁਸੀਂ ਜਦੋਂ ਮਿਰਜ਼ਾ ਸਾਹਿਬ ਦੇ ਕਿਤਾਬਾਂ ਚ ਹਵਾਲੇ ਦਿੰਦੇ ਹੋ ਤੇ ਸਾਰਿਆਂ ਨੂੰ ਮਨੋਰ ਮੰਨ ਲੈਂਦੇ ਹੋ। ਸਾਨੂੰ ਨਹੀਂ ਆਪਣੇ ਮਤਲਬ ਦੀ ਚੀਜ਼ ਮਿਲਦੀ ਹੈ, ਅਸੀਂ ਤਾਂ ਲੈਣੀ ਹੈ। ਤੁਸੀਂ ਅਗਰ ਖਾਨ ਦੀ ਗੱਲ ਮੰਨਦੇ ਹੋ ਨਾ, ਅਗਰ ਤੁਸੀਂ ਜਾਂ ਤੁਹਾਡੇ ਮਿਰਜ਼ਾ ਸਾਹਿਬ ਸਰ सैयद अहमद खान ਦੀ ਗੱਲ ਮੰਨਦੇ ਨੇ, ਰਾਜ਼ੀ ਹੋ, ਤੇ ਠੀਕ ਹੈ, ਮੈਂ ਵੀ ਮੰਨਣਾ ਵਾ। ਮੈਂ ਹਵਾਲਾ ਪੇਸ਼ ਕਰਾਂਗਾ ਸਰ सैयद अहमद खान ਨੇ ਮਿਰਜ਼ਾ ਸਾਹਿਬ ਦੇ ਬਾਰੇ ਚ ਕੀ ਕਮੈਂਟ ਦਿੱਤੇ ਨੇ, ਫਿਰ ਤੁਹਾਨੂੰ ਮੰਨਣਾ ਪਏਗਾ।
ਇੱਕ ਮਿੰਟ, ਫਿਰ ਜੇ ਇਸੇ ਅਸੂਲ ਨੂੰ ਰੱਖਣਾ ਹੀ ਹੈ ਤੇ ਫਿਰ ਤੁਸੀਂ ਜਦੋਂ ਮਿਰਜ਼ਾ ਸਾਹਿਬ ਦਾ ਹਵਾਲਾ ਦਿੰਦੇ ਹੋ ਤੇ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਉਹਨਾਂ ਨੂੰ ਮੰਨਦੇ ਹੋ। जनाब मन ਕੀ ਗੱਲਾਂ ਕਰਦੇ ਪਏ ਹੋ? मेरी गल सुनो ਆਪਣੇ ਵਾਰੀ ਤੁਹਾਡਾ ਅਸੂਲ ਫਰਕ ਹੋ ਜਾਂਦਾ। सर सैयद अहमद खान नू मैं ना नबी समझना ना ਉਹਨੂੰ ਵਲੀ ਸਮਝਣਾ ਨਾ ਮੁਹੱਦਿਸ ਨਾ ਮੁਫੱਸਿਰ। ਤੁਸੀਂ ਮਿਰਜ਼ਾ ਜਿਹੜਾ ਸਾਹਿਬ ਤੁਹਾਡੇ ਨੂੰ ਖਿਲਾਫ ਦੇਖ ਸਕੇ, ਜਿਹੜਾ ਤੁਹਾਡੇ ਤੁਸੀਂ ਖਿਲਾਫ ਮਿਰਜ਼ਾ ਦੇਖ ਸਾਹਿਬ ਸਕੇ। ਦੀ ਗੱਲ ਸੁਣੋ ਨਾ, ਤੁਸੀਂ ਆਪਣੀ ਗੱਲ ਕਰੋ, ਤੁਸੀਂ ਮਿਰਜ਼ਾ ਸਾਹਿਬ ਨੂੰ ਨਬੀ ਸਮਝਦੇ ਹੋ ਨਾ, ਤੇ ਤੁਹਾਡੇ ਵਾਸਤੇ ਉਹਨਾਂ ਦੀ ਗੱਲ ਹੁਜਤ ਹੈ, ਮੇਰੇ ਵਾਸਤੇ ਸਰ ਸੈयद ਦੀ ਗੱਲ ਹੁਜਤ ਨਹੀਂ, ਕਿਉਂਕਿ ਮੈਂ ਉਹਨੂੰ ਨਹੀਂ ਮੰਨਦਾ। ਮੈਂ ਜਿਹਨੂੰ ਮੰਨਦਾ ਉਹਦੀ ਗੱਲ ਸਾਡੇ ਲਈ ਅਗਰ ਉਹਨਾਂ ਦੀ ਗੱਲ ਹੁਜਤ ਨਹੀਂ ਕੀ, ਲੇਕਿਨ ਅਸੀਂ ਤਾਰੀਖ ਨੂੰ ਨਹੀਂ ਝੁਠਲਾ ਸਕਦੇ। ਮੁਫੱਸਰ ਹੋਇਆ ਸਨ ਤੁਹਾਡੇ ਵਾਸਤੇ ਹੋਣਗੇ, ਠੀਕ ਹੈ, ਲੇਕਿਨ ਮੇਰੇ ਵਾਸਤੇ ਅਸੀਂ ਇੱਕ ਮਿੰਟ ਮੇਰੀ ਗੱਲ ਇੱਕ ਮਿੰਟ, ਮੈਂ ਮਦੂਦੀ ਨੂੰ ਨਹੀਂ ਮੰਨਦਾ, ਲੇਕਿਨ ਹੁਣ ਮੈਨੂੰ ਕੋਈ ਆ ਕੇ ਮਦੂਦੀ ਮੁਫੱਸਰ ਸੀ ਤੇ ਮੈਂ ਆਖਾਂ ਨਹੀਂ ਤੂੰ ਝੂਠ ਬੋਲਣਾ ਤੇ ਇਹ ਗੱਲ ਗਲਤ ਹੈ। ਜਨਾਬ ਮਨ ਮੇਰੀ ਗੱਲ ਸੁਣੋ, ਮੁਫੱਸਰ ਦਾ ਮਤਲਬ ਇਹ ਨਹੀਂ ਕਿ ਉਹਦਾ ਨਾਂ ਕੀ ਬਹਿ ਕੇ ਫਜ਼ਰਿਬ ਦੀ ਅਸਾਕਲ ਹਜਰ ਦਾ ਤਰਜਮਾ ਕਰ ਦਿਓ, ਮੂਸਾ ਲਾਠੀ ਟੇਕ ਕੇ ਚਲੋ। ਇਹੋ ਜੀ ਜਿਹੜੀ ਤਫਸੀਰ ਸਰ ਸੈयद ਨੇ ਥੋੜੀ ਬਹੁਤ ਲਿਖੀ, ਉਹ ਤਫਸੀਰ ਕਦੇ ਪੜੋ, ਤੁਸੀਂ ਵੀ ਕਹੋਗੇ ਕਿ ਯਾਰ ਇਹ ਮੁਫੱਸਰ ਕਿੱਥੋਂ ਪੈਦਾ ਹੋ ਗਿਆ, ਉਹ ਤੁਸੀਂ ਨਹੀਂ ਪੜਿਆ ਸਰ ਸैयद अहमद खान ਨੂੰ, ਠੀਕ ਹੈ ਨਾ। ਲੇਕਿਨ ਗੱਲ ਹੈ ਕਿ ਮੈਂ ਸਰ सैयद अहमद खान ਨੂੰ ਕੋਈ ਆਪਣੇ ਵਾਸਤੇ ਦਲੀਲ ਮੰਨਿਆ ਨਹੀਂ ਮੰਨਿਆ, ਲੇਕਿਨ ਤੁਸੀਂ ਮਿਰਜ਼ਾ ਸਾਹਿਬ ਨੂੰ ਆਪਣੇ ਵਾਸਤੇ ਹੁਜਤ ਮੰਨਦੇ ਹੋ, ਨਬੀ ਮੰਨਦੇ ਹੋ, ਤੁਹਾਡੀ ਗੱਲ ਉਹਨਾਂ ਦੀ ਤੁਹਾਡੇ ਵਾਸਤੇ ਹੁਜਤ ਹੈ। ਹਾਂ ਮੇਰੇ ਵਾਸਤੇ ਮਸਲਨ ਤੁਸੀਂ ਕੋਈ ਹਦੀਸ ਨਬੀ ਅਕਰਮ ਸੱਲੱਲਾਹੁ अलैहि वसल्लम ਦੀ ਪੇਸ਼ ਕਰੋ ਤੇ ਉੱਥੇ ਅਗਰ ਮੈਂ ਕਹਾਂ ਨਹੀਂ ਮੰਨਦਾ ਤੇ ਫਿਰ ਤੁਸੀਂ ਮੇਰੇ ਤੇ ਇਤਰਾਜ਼ ਕਰੋ ਕਿ ਯਾਰ ਇੱਕ ਪਾਸੇ ਉਹਨਾਂ ਦਾ ਕਲਮਾ ਪੜ੍ਹਨਾ, ਦੂਜੇ ਪਾਸੇ ਗੱਲ ਨਹੀਂ ਮੰਨਦਾ। ਇਹ ਗੱਲ ਸਮਝੋ, ਇਹਦੇ ਚ ਫਰਕ ਹੈ ਜੀ। ਮਲਕ ਮੁਬੀਨ ਸਾਹਿਬ ਹੋਰ ਕੋਈ ਤਫਸੀਰ? ਤੁਹਾਨੂੰ ਮੈਂ ਇੱਕ ਤਫਸੀਰ ਵਿਖਾਈ, ਤਫਸੀਰ ਜੋ ਵਿਖਾਇਆ ਨਾ ਤੁਸੀਂ ਨਹੀਂ ਮੰਨੇ, ਹੁਣ ਤੁਹਾਨੂੰ ਮੈਂ ਅਗਲੀ ਵੀ ਤਫਸੀਰ ਜੋ ਵਿਖਾਣਾ ਤੁਸੀਂ ਉੱਥੇ ਵੀ ਇਨਕਾਰ ਕਰ ਦੇਣਾ, ਮੈਨੂੰ ਪੱਕਾ ਯਕੀਨ ਹੈ। ਮੈਂ ਉਸੇ ਤਫਸੀਰ ਵਿੱਚੋਂ ਆਪਣਾ ਅਕੀਦਾ ਪੇਸ਼ ਕਰਾਂਗਾ, ਠੀਕ ਹੈ। ਇਹ ਤਫਸੀਰ ਕਸ਼ਾਫ ਸੁਣੀ ਤੇ ਕਦੀ? ਕਿੰਨੇ ਲਿਖੀ ਹੈ? इमाम जादुल्ला महमूद बिन उमर। अच्छा ਲੱਭ ਗਈ ਹੈ? बोलो बोलो तुसी बोलो। बिन उमर सूरह इमरान दी आयत नंबर 56, इस काल अल्लाह या ईसा इन्नी मुतवफ्फीका। सूरे इमरान है या सूरे आले इमरान है? आले इमरान है। अच्छा बोलो। ਉਹਦੀ ਆਇਤ 56 ਉਹਦੇ ਤਹਿਤ ਲਿਖਦੇ ਨੇ ਮੁਮੀਤ ਕਾ ਹਤਫਾ ਅਨਫਕਾ, यानी तबई मौत से मारने वाला। अच्छा ये हतफा अनफिका दा माना कि ये तभी मौत से मारने वाला? जी बिल्कुल। अच्छा तफसीर कशाफ एदा पूरा ना है अल कशाफ अन हकाइक गवामिद तमजील व उयून अल अकावील फी वजूह तावील। एदा माना है अल्लामा जारल्ला अबुल कासिम महमूद इब्न उमर ज़मख़शरी जड़े 467 हिजरी च पैदा होए ते 538 हिजरी फौत होए, ठीक है। ए हुण तुसी फिर एक लफ्ज पेश कीता है अदा, ठीक है। हुण तुसी अल्लामा ज़मख़शरी दा हवाला दिता ते ज़ाहिर गल है अल्लामा ज़मख़शरी दा अपना जड़ा अकीदा असां ओ वेखना है, जिन्ना तफसीर लिखी उन्हां दा की अकीदा है, ठीक है। अल्लामा ज़मख़शरी तफसीर कशाफ जिल्द 2 सफ़ा 175 ते लिखते ने ए जड़ी आयत है सूरह निसा दी के वमा कतलूहु वमा सलबूहु दे तहत लिखते ने फअजमाअतिल यहूदु अला कतलिही, यहूदियां ने हजरत ईसा नु कत्ल करने वास्ते इकट्ठे हो गए। फअखबरहुल्लाहु बिअन्नहु यरफउहु इला समाई व युतहिरुहु मिन सुहबतिल यहूद। अल्लाह ने उन्हें खबर दी कि मैं तुहानू आसमान ते उठान वाला वां ते तुहानू यहूदियां कोलों पाक करने वाला वां। फकाल लि असहाबिही, उन्हां अपने साथियां नू क्या अगे उन्हां पूरी वही गल जिक्र कीती है जड़ी हजरत इब्ने अब्बास ने जिक्र कीती है। फदखलू अलैहि फकतलूहु वहुम यज़ुनून अन्नहु ईसा, उन्होंने उस दूसरे बंदे नू फड़ लिया ते उन्हां दी जगह ते ईसा समझ के सलीब ते पा दिता। अल्लामा ज़मख़शरी साहब ने ए बड़े क्लियर कट लिखिया, ठीक है ना। ए ते मेरे हक च अकीदा, मैं तुहानू पहला कहा जड़ी तफसीर दा नाम लोगे तो अगर मैं अपना अकीदा साबित ना करा ते फिर तुसीं मैनू कहना। हुण मैं तुहाडे लफ्ज़ भी देख लेना कि ओ की ने, क्योंकि तुसीं मैनू सफा नंबर नहीं हवाला दिता, लिहाजा मैं हुण ते शामिला खोल के उहदे सर्च करांगा कि वो लफ्ज़ जड़े ने की।
ਜਿਹੜੇ ਮੈਂ ਹਵਾਲੇ ਦੇ ਰਿਹਾ, ਅਗਰ ਤੁਹਾਡੇ ਕਿਸੇ ਭਰਾਵਾਂ ਚੋਂ ਅਸਲ ਸਕੈਨ ਚਾਹੀਦਾ ਹੋਏ ਤਫਸੀਰ ਕਸ਼ਾਫ ਜਾਂ ਕਿਸੇ ਤਫਸੀਰ ਦਾ, ਮੈਨੂੰ ਲਿਖ ਦਿਓ ਤੇ ਮੈਂ ਤੁਹਾਨੂੰ ਭੇਜ, ਠੀਕ ਹੈ ਨਾ? ਭੇਜ ਦਿਓ। ਸੁਹੇਲ ਜੀ ਮੈਂ ਤੁਹਾਨੂੰ ਨਾ ਜਿਹੜੇ ਉਹਨੇ ਤਫਸੀਰ ਕਸ਼ਾਫ ਦਾ ਜਿਹੜਾ ਹਵਾਲਾ ਹੈ ਇਹਦਾ ਸਕੈਨ ਤੁਹਾਨੂੰ ਭੇਜ ਦਾਂਗਾ ਤੇ ਇਹਨੂੰ ਫਾਰਵਰਡ ਕਰ ਦਿਓ, ਠੀਕ ਹੈ। ਠੀਕ ਹੈ? ਇੱਕ ਮਿੰਟ ਥੋੜੇ। ਅੱਛਾ ਜੀ, ਤੁਸੀਂ ਕੀ ਹਵਾਲਾ ਪੇਸ਼ ਕੀਤਾ ਸੀ ਉਹਨੇ? ਉਹਦੇ ਕੋਈ ਲਫ਼ਜ਼ सूरह आल इमरान की आयत नंबर 56 उम्मीद का हतफ अनफका। अच्छा ਅੱਗੇ ਪੜੀ ਥੋੜਾ ਜਿਹਾ। यार वो लफ्ज ਉਹਦੇ ਕੋਲ ਉਹਨੇ ਹੀ ਨੇ। ਅੱਛਾ ਵਿਚਾਰੇ ਤੋਂ ਪੜਨਾ ਵੀ ਨਹੀਂ ਆਉਂਦਾ ਸਹੀ ਤਰ੍ਹਾਂ। अच्छा जी एक मिनट ठहर जाओ, क्या गौर नाल सुनियो। इद काल अल्लाहु ज़र्फुन लिखैरिल माकिरिल मकर इन्नी मुतवफ़ीका ऐ मुस्तौफी अजलका। मुतवफ़ीका दा माना है मैं तुम्हारी उम्र पूरी करूंगा। मुस्तौफी अजलका पहली गाल है। ਇਹਦੇ ਬਾਅਦ ਲਿਖਿਆ ਹੈ ਮਾਨਾਹੂ, ਇਹਦਾ ਮਾਨਾ ਹੈ ਵੇ ਇੰਨੀ ਆਸਿਮੁਕਾ ਮਿਨ ਅਨ ਯਕਤੁਲਕਲ ਕੁਫਾਰੂ व मुअख्खिरुका इला अजलिन कतबतुहु लक। ਇਹਦਾ माना है कि ऐसा मैं तुम्हें इन काफरों के कत्ल होने से बचाने वाला हूँ, व मुअख्खिरुका और तुम्हें ताखीर देने वाला हूँ, इला अजलिन उस वक्त तक कतबतुहु लक जो मैंने तुम्हारे लिए मुकर्रर की है। वमुमीतुका हत्फा अनफिका ला कतीलन बिअयदीहिम वराफिउका इलैया इला समाई व मुकर्री मलाइकती। कि मैं वमुमीतुका हत्फा अनफिका, कि मैं यानी ये फरमा रहे हैं वो कि वो कत्ल कुफार दे कत्ल तो तेनू बचा लांगा और जो तेरी उम्र दी तेरी अजल लिखी गई है उदों तक तेनू जिंदा रखांगा, ओदे बाद तेनू मौत दांगा। ला कतीलन बिअयदीहिम ਉਹਨਾਂ ਦੇ ਹੱਥ ਨਾਲ ਕਤਲ ਹੋ ਕੇ ਨਹੀਂ, ਵਰਾਫਿਉ ਕਾ ਇਲैया ਇਲਾ समाई ਤੇ ਤੈਨੂੰ ਮੈਂ ਆਪਣੇ ਅਸਮਾਨਾਂ ਤੇ ਉਠਾਉਣ ਵਾਲਾ ਵਾਂ। ਉਹਦਾ ਨਾਂ ਕੀ ਹੈ ਵਗੈਰਾ ਵਗੈਰਾ। ਇਹ ਪੂਰੇ ਲਫ਼ਜ਼ ਪੜੋ। ਹੁਣ ਤੁਸੀਂ ਮੈਨੂੰ ਦੱਸੋ ਇੱਥੇ ਲਮਾ ਜ਼ਮਖਸ਼ਰੀ ਕੀ ਪੇ ਕਹਿੰਦੇ ਨੇ? ਉਹ ਪੇ ਲਿਖਦੇ ਨੇ ਸਾਫ਼ ਕਿ ਮੈਂ ਤੈਨੂੰ ਹੁਣ ਬਚਾ ਲਾਂਗਾ। ਤੈਨੂੰ ਜੋ ਤੇਰੀ ਗੱਲ ਪੂਰੀ ਹੋ ਗਈ। ਇੱਕ ਮਿੰਟ ਠਹਿਰ ਜਾਓ। ਅੱਗੇ ਤੇਰੀ ਜਦੋਂ ਮੈਂ ਉਮਰ ਲਿਖੀ ਗਈ ਹੈ ਉਦੋਂ ਤੈਨੂੰ ਮੈਂ ਉਦੋਂ ਤੱਕ मुस्तौफी अजला का तेरी उम्र पूरी करांगा। वराफिउ के लिए ला समाई इस वक्त मैं तेनू आसमान ते उठान लगावा। जो अजल पूरी होएगी उदों तेनू मैं मौत दे देंगा। पहला जड़ा मैं हवाला तुहानू पेश कीता है उहदे विच उन्हां साफ लिखिया कि उन्होंने अल्लाह ने आसमान ते उठा लिया। जिस तरह तुहाडे जेड़े नाल बैठे ने उन्होंने फरमाया कि जड़ा मुफस्सिर या मुहद्दिस या मुसन्निफ किताब लिखदा है उन्हें जिहड़ी अपनी किताब लिखी जड़ा उन्हें अपनी गल दा मतलब बयान कीता वो कोई मोतबर होएगा, तुहाडा मेरा नहीं होएगा। जी हुण बोलो। बिल्कुल ठीक है। तो फिर तुसी मिर्जा साहब वाली क्यों अपनी फिर तशरीयां देंदे हो? जनाब तशरीयां ਜਦੋਂ ਤੁਸੀਂ ਮਿਰਜ਼ਾ ਦਿੰਦੇ ਸਾਹਿਬ ਹੋ, ਆਪਣਾ ਅਸੀਂ ਨਹੀਂ ਦਿੰਦੇ। ਪਰ ਨਹੀਂ, ਤਸ਼ਰੀयां ਜਦੋਂ ਤੁਸੀਂ ਮਿਰਜ਼ਾ ਦਿੰਦੇ ਸਾਹਿਬ ਹੋ। ਆਪਣਾ ਕੀਤਾ ਬਿਆਨ ਕਰ ਰਹੇ ਨੇ, ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਤਵਫੀ ਦੇ ਦੋ ਮਤਲਬ, ਦੋ ਤੋਂ ਇਲਾਵਾ ਕੋਈ ਤੀਸਰਾ ਮਤਲਬ ਨਹੀਂ ਗਾ, ਤੇ ਫਿਰ ਤੁਸੀਂ ਉਹਨਾਂ ਦੀ ਤਹਿਰੀਰ ਕਿਉਂ ਤੀਸਰਾ ਕਿਉਂ ਕੱਢਦੇ ਹੋ? ਅਸੀਂ ਤਾਂ ਨਹੀਂ ਕੱਢਦੇ, ਤੁਸੀਂ ਕਹਿ ਦਿਓ ਜੀ ਕਿ ਤੁਸੀਂ ਹਾਂ ਕੱਢਿਆ। ਜਦੋਂ ਲਿਖਿਆ ਉਹਨਾਂ ਉਹ ਕਹਿ ਦਿਓ ਜੀ ਉਹਨਾਂ ਲਿਖਿਆ ਦੋ ਹੀ ਮਤਲਬ ਨੇ, ਜਿਹੜਾ ਉਹਨਾਂ ਪੂਰੀ ਨਿਯਮਤ ਦੂੰਗਾ ਵਾਲਾ ਤਰਜਮਾ ਕੀਤਾ ਉਹ ਤਰਜਮਾ ਉਹਨਾਂ ਗਲਤੀ ਨਾਲ ਕਰ ਦਿੱਤਾ ਸੀ ਤੇ ਬਾਅਦ ਚ ਕੈਂਸਲ ਕਰ ਦਿੱਤਾ। ਕਹਿ ਦਿਓ ਸਾਫ਼, ਕਹਿ ਦਿਓ। ਨਹੀਂ ਇਹ ਹੁਣੇ ਜਿਹੜਾ ਪੇਸ਼ ਕੀਤਾ ਹੈ ਮਤਲਬ ਤੁਸੀਂ ਗਲਤ ਪੇਸ਼ ਕੀਤਾ ਹੈ, ਮੁਬੀਨ ਨੇ ਗਲਤ ਪੇਸ਼ ਕੀਤਾ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਨੇ? ਨਹੀਂ ਮੈਂ ਤਾਂ ਨਹੀਂ ਗਲਤ ਪੇਸ਼ ਕੀਤਾ, ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਨਹੀਂ ਇਹ ਮੁਬੀਨ ਨੇ ਜਿਹੜਾ ਪੇਸ਼ ਕੀਤਾ ਸਹੀ ਪੇਸ਼ ਕੀਤਾ ਗਲਤ ਪੇਸ਼ ਕੀਤਾ, ਪਹਿਲੇ ਇਹ ਦੱਸੋ। बिल्कुल सही पेश कीता। ਨਹੀਂ ਉਹ ਤੁਸੀਂ ਕਹਿ ਰਹੇ ਹੋ ਦੂਜਾ ਬੰਦਾ ਕਹਿੰਦਾ ਕਿ ਨਹੀਂ, ਇਹ ਦੱਸੋ ਪਹਿਲੇ। ਅੱਧੇ ਲਫ਼ਜ਼ ਦੂਜਾ ਬੰਦਾ ਦੱਸੇ ਕਿ ਸਹੀ ਪੇਸ਼ ਕੀਤਾ ਕਿ ਨਹੀਂ, ਉਹਨੇ ਸਾਰੀ ਗੱਲ ਲਫ਼ਜ਼ ਪੇਸ਼ ਕਰ ਨਹੀਂ। ਅੱਛਾ ਇਹਦਾ ਮਤਲਬ ਅਸੀਂ ਵੀ ਪੇਸ਼ ਕਰਨੇ ਆ, ਜਿੰਨੇ ਵੀ ਅੱਧੇ ਪੇਸ਼ ਕੀਤੇ ਕੀ ਕਰਨੇ ਆ ਨਾ ਬਣ ਕੇ ਮੁਬੀਨ ਨੇ ਅੱਧੇ ਕਿਤਨੇ ਆ ਤੁਸੀਂ ਬਣ ਕੇ ਹੋ। ਓਏ ਮੁਬੀਨ ਸਾਹਿਬ ਇਹਦੇ ਤੋਂ ਅਗਲੀ ਸਤਰ ਜਿਹੜੀ ਹੈ ਉਹ ਮੈਂ ਹਲੇ ਨਹੀਂ ਪੜ੍ਹੀ, ਹੁਣ ਮੈਂ ਪੜਨ ਲੱਗਾ, ਉਹ ਵੀ ਸੁਣ ਲਓ। ਅल्लामा ज़मख़शरी ਜਿਹੜਾ ਤੁਸੀਂ ਵਾਲਾ ਜਿੱਥੋਂ ਪੇਸ਼ ਕੀਤਾ ਹੈ तफसीर ज़मख़शरी ਕਿਸੇ ਕੋਲੋਂ तफसीर किशा पढ़ लो। अगले लफज ने उन्होंने कि मुतवफ़ी का दा माना ने काबिज़ु का मिनल अर्ज़ी, मैं जमीन तो तेनू अपने कब्जे च करन लगा। अगे लफज गौर नाल सुनियो, अगे लफज लिखे ने मुमीतु का फी वक्ति का बादन नुज़ूली मिनस समाई वराफ़िउ का अल आना, कि मैं तेनू मौत दांगा आसमान तो नाजिल होने दे बाद।
वराफियू का अल-आना और ऐस वक्त मैं तेरा तेनू उठान लगावा आसमान ते। ए लफज भी अगे साफ लिखे, ठीक है ना। ते इस वास्ते जड़ा हवाला पेश करो ओदी पूरे लफज प्लीज पेश करो ताकि सानू पता रहे कि ਇਹਦੇ ਚ ਕੀ ਬਿਆਨ ਹੋਇਆ। ਇਹ ਬਿਲਕੁਲ ਅਸੀਂ ਵੀ ਇਹੀ ਕਹਿ ਰਹੇ ਹਾਂ ਕਿ ਜਦੋਂ ਤੁਸੀਂ ਸਾਡੀ ਕਿਤਾਬ ਚ ਹਵਾਲਾ ਦਿਓ ਤੇ ਤੁਸੀਂ ਵੀ ਕਮ ਸੇ ਕਮ ਫਿਰ ਇਹ ਇਮਾਨਦਾਰੀ ਦੇ ਨਾਲ ਹੀ ਫੈਸਲਾ ਕਰਿਆ ਕਰੋ ਕਿ ਮਿਰਜ਼ਾ ਸਾਹਿਬ ਦਾ ਆਪਣਾ ਕੀਤਾ ਕੀ ਹੈ, ਉਹ ਕਹਿੰਦੇ ਕੀ ਨੇ, ਠੀਕ ਹੈ। ਉਦੋਂ ਤੁਸੀਂ ਉਦੋਂ ਤੁਹਾਡੀਆਂ ਡੈਫੀਨੇਸ਼ਨਾਂ ਹੀ ਬਦਲ ਜਾਂਦੀਆਂ ਨੇ। ਤੁਹਾਡਾ ਹੱਕ ਉਦੋਂ ਤੁਸੀਂ ਕਹਿੰਦੇ ਵੀ ਇਹ ਜੋ ਲਿਖਿਆ ਇਸ ਟਾਈਮ ਇਹ ਤੁਹਾਡੇ ਵਾਸਤੇ ਜਿਹੜਾ ਨਾ ਉਹ ਤੁਹਾਡਾ ਹੱਕ ਹੈ ਕਿ ਜਦੋਂ ਅਸੀਂ ਮਿਰਜ਼ਾ ਸਾਹਿਬ ਦੀ ਕੋਈ ਤਹਰੀਰ ਪੇਸ਼ ਕਰਾਂ ਅਗਰ ਅਸੀਂ ਉਹ ਪੂਰੇ ਲਫ਼ਜ਼ ਨਹੀਂ ਪੜ੍ਹੇ ਤੇ ਤੁਸੀਂ ਸਾਨੂੰ ਕਹੋ ਜੀ ਕਿ ਪਿਛਲੀ ਲਾਈਨ ਤੇ ਅਗਲੀ ਲਾਈਨ ਤੇ ਪੂਰਾ ਸਫਾ ਪੜੋ ਕਿ ਪੜਾਂਗੇ। ਇਹ ਤੁਹਾਡਾ ਹੱਕ ਹੈ। ਮੈਂ ਉਦੋਂ ਦਾ ਉੱਥੇ ਹੀ ਅੜਿਆ ਵਾਂ, ਠੀਕ ਹੈ। ਮੈਂ ਦੂਸਰੇ ਪਾਸੇ ਕਿਤੇ ਡਿਸਕਸ਼ਨ ਨਹੀਂ ਜਾਣ ਦਿੱਤੀ। ਮੁਬੀਨ ਦੀ ਆਦਤ ਹੈ ਕਿ ਤੁਸੀਂ ਉਹਨੂੰ ਉਧਰ ਖੜ ਦਿਓ, ਉਧਰ ਚਲਾ ਜਾਂਦਾ, ਉਧਰ ਖੜ ਦਿਓ। ਤੁਸੀਂ ਮੇਰੇ ਕੋਲੋਂ ਮੈਂ ਉਦੋਂ ਦਾ ਚੁੱਪ ਕਰਕੇ ਇੰਤਜ਼ਾਰ ਕਰ ਰਿਹਾ, ਤੁਸੀਂ ਮੇਰੇ ਕੋਲ ਹਵਾਲਾ ਮੰਗਿਆ ਸੀ ਈਸਾ ਵਾਲਾ, ਠੀਕ ਹੈ। ਇਹ ਲੋ ਇਹ ਯੂਹन्ना ਬਾਪ ਕਲਬਨ 14 ਹਵਾਲਾ ਕੀ ਹੈ, ਹਵਾਲਾ ਕੀ ਹੈ ਪਹਿਲਾਂ ਹਵਾਲਾ ਦੱਸ ਦਿਓ। ਹਵਾਲਾ ਕੀ ਯਾਨੀ ਤੁਸੀਂ ਪੇਸ਼ ਕਰ ਕਿਹੜੇ ਹਵਾਲੇ 'ਚ ਪੇਸ਼ ਕਰਨਾ ਚਾਹੁੰਦੇ ਹੋ? ਬੜੀ ਦੇਰ ਲਾ ਜਨਾਬ ਜਿਹੜਾ ਉਹਨਾਂ ਨੇ ਕਿਹਾ ਸੀ ਕਿ मेरे नाम का आएगा। हाँ केड़ी इंजील जे? यूहन्ना हाँ केड़ा बाब है ते केड़ी आयत है? 14 ਤੇ ਜਾਓ 26 ਬਾਪ 31 है। पहले फैसला कर लो केड़ा हैगा वे आपस ही फैसला कर लो, सलाह कर लो केड़ा दसना है कि दसो। लिखना है ना ते वो दस दियो ना केड़ा बाब है। 13 बाप है, बाप 13। सलाह करके सोच समझ के सही दसो। अच्छा 13 सफाई लगे मैं दोबारा अच्छा 13 बाब है ते आयत केड़ी है? आज दसने एक मिनट आज दसने हैं तुसी आज दे ਉਹਨਾਂ ਦੇ ਆਏ ਤੇ ਲੱਭਣ ਤੱਕ ਤੁਸੀਂ ਮੈਨੂੰ ਤਵਫੀ ਦਾ ਮਾਨੀ ਦੱਸੋ। चलो ਇਹ ਕੀ ਗੱਲ ਹੋਈ, ਕੋਈ ਗੱਲ ਤੇ ਦਵੋ ਨਾ। ਕੋਈ ਉਧਰ ਜਾਂਦਾ ਦੂਜਾ ਉਧਰ ਜਾਂਦਾ। पहले फैसला करो कर लो। बाप 14 कटो आयत 26 कटो। चलो हाँ जी। जिसे बाप मेरे नाम से भेजेगा, ਇਹਦਾ मतलब कटो। हाँ जी मतलब तुसी हवाला पेश करा, तुसी मतलब कटो। ਅਸੀਂ ਤੇ ਕਹਿ ਰਹੇ ਹਾਂ ਕਿ ਜਦੋਂ ਮਿਰਜ਼ਾ ਸਾਹਿਬ ਨੇ ਕਿਹਾ ਕਿ ਮੈਂ ਹੀ ਮਸੀਹ ਦੀ ਨਸੀਲ ਹਾਂ, ਠੀਕ ਹੈ, ਹੋਰ ਕਿਸੇ ਨੇ ਦਾਵਾ ਨਹੀਂ ਕੀਤਾ, ਠੀਕ ਹੈ। ਇਹ ਹਜ਼ਰਤ ਈਸਾ ਉਹਨਾਂ ਨੂੰ ਜਾਂਦੇ और किसी ने मसीह होना दावा नहीं सी कीता मिर्जा साहब तो अलावा, ऐ कहना चाहते हो? ईसा बिन मरियम वाला ने कीता। मसीह होना दावा कीता कि नहीं? मसीह होने का दावा कीता ना, लेकिन ईसा बिन मरियम होने का दावा किसी ने भी नहीं किया। हाँ जी आगे ਉਹ ਇਹ ਦੇਖ ਲਓ ਹਜ਼ਰਤ ਈਸਾ ਵੀ ਉਹੀ ਪੇਸ਼ ਕੋਈ ਤੁਸੀਂ ਕਹਿੰਦੇ ਹੋ ਕਿ ਹਜ਼ਰਤ ਈਸਾ ਨੇ ਕਿਹਾ ਮੇਰਾ ਨਾਮ ਲੈ ਕੇ ਝੂਠੇ ਆਣਗੇ, ਉਹ फरमा रहे ने मैं ये बातें तुम्हारे साथ रहकर तुमसे कहीं, लेकिन मददगार यानी रूहुल कुदस जिसे बाप मेरे नाम से भेजेगा वो तुम्हें बहुत बातें सिखाएगा। मेरे नाम से भेजेगा, रूहुल कुदस को भेजेगा, यही है ना? रूहुल कुदस भेजेगा, रूहुल कुदस को जिसे बाप मेरे नाम से भेजेगा। रूहुल कुदस को बाप मेरे नाम से भेजेगा, ऐ कह रहे हो ना? जी हाँ जी। रूहुल कुदस कौन है? मिर्जा साहब। अच्छा वअय्यदनाहु बिरूहिल कुदस कुरान चोंदा उतो मिर्जा साहब मुराद ने? हजरत ईसा भी ने तो मिर्जा साहब भी ने। अस्तगफिरुल्लाह क्योंकि ईसा अलैहिस्सलाम आप कह रहे हैं जनाब मन रूहुल कुदस ईसा ना ईसा अलैहिस्सलाम ने ते ना कोई नबी है। रूहुल कुदस हजरत जिब्राइल अलैहिस्सलाम दा नाम है। रूहुल ਉਹਨਾਂ ਨੇ कुदस ਤੁਹਾਡਾ ਮਤਲਬ ਹੈ ਕਿ ਕਿਸੇ ਨੂੰ ਜਾ ਕੇ ਕਿਹਾ ਸੀ ਕਿ ਮੈਂ ਈਸਾ ਹਾਂ। मेरी गल ते सुनो ना, मैं ਤੁਹਾਨੂੰ दसना वा कि ईसा अलैहिस्सलाम ने की किया सी। छोड़ दो, खोलो मत्ता दी इंजील बाब नंबर 24। मत्ता दी इंजील बाब 24। हां बाब 24 कटो। बाब 24 हाँ जी। आज दसो निकला बाब 24 आ गया, आज दसो। आ गया ना? ए बाब शुरू तो
ठीक है, यसू हैकल से निकल कर जा रहा था, है ही है ना? जी ठीक है, आखिरत की निशानियां। ठीक है, आयत नंबर 3 तो मैं पढ़ना वा। जब वो कोह जैतून पर बैठा था तो उसके शागिर्द तन्हाई में उसके पास आए और कहने लगे, हमें बता के ये बातें कब होंगी और तेरी आमद और दुनिया के आखिर होने का निशान क्या है। शागिर्दा ने हजरत ईसा नु यानी बकौल है बाइबल दे यसू नु पूछा कि तेरी आमद का की निशान है कि जो तू आना है। ठीक है, यसू ने जवाब में उनसे कहा, खबरदार कोई तुम्हें गुमराह ना कर दे, क्योंकि बहुत से मेरे नाम से आएंगे और कहेंगे कि मैं मसीह हूं और बहुत से लोगों को गुमराह कर देंगे। ठीक है, आगे आयत नंबर 6, लड़ाइयां होंगी, तुम लड़ाइयों की खबरें अफवाहें सुनोगे, खबरदार घबराना मत, क्योंकि इन बातों का होना जरूरी है लेकिन अभी खात्मा ना होगा। ए अगे तुसी आयत नंबर 11 पे चले जाओ। ठीक है, ए विचला उन्हें दसिया ए होएगा। अगे आयत नंबर 11 पे चले जाओ। बहुत से झूठे नबी उठ खड़े होंगे और बहुत से लोगों को गुमराह कर देंगे। ठीक है, हजरत ईसा अलैहिस्सलाम को उन्होंने शागिर्दां ने पूछा सी कि तुसा जदों आउणा वे ओदियां निशानियां की होणगियां, ते हजरत ईसा फरमा रहे ने कि मेरे आउण तो पहला ए होएगा। हुण तुसीं पूछो कि हजरत ईसा अलैहिस्सलाम ओ किंज आउणगे। ऐसे ही बाब दी आयत नंबर 3 ते चले जाओ। आयत नंबर 3 ते चले जाओ, पूरा बात पढ़ लियो पिछला जड़ा वे। ठीक है ना, आयत नंबर 3 ते ए जदों सारे काम हो जाएंगे, झूठे मसीह ते झूठे नबी जाहिर होंगे, उसके बाद उस वक्त इब्ने आदम का निशान आसमान पर दिखाई देगा। तब दुनिया की सब कौमें छाती पीटेंगी और इब्ने आदम को आसमान के बादलों पर अजीम कुदरत और जलाल के साथ आते देखेंगी और वो अपने फरिश्तों को नरसंगे की तेज आवाज साथ भेजेगा और उसके बरगुजीदा लोगों को चारों तरफ से यानी आसमान के सिरे से उस जमा करेंगे। ए आयत नंबर 3 विच हजरत मसीह अलैहिस्सलाम ने दसिया कि जदों इब्ने आदम उथों मुराद खुद ने, मैं जदों आवांगा ते लोकी मैनू आसमान के बदलों के उत्ते आंदिया देखणगे। मैं चूंकि अपने हक में इंजील के हवाले नहीं पेश करता हुंदा, क्योंकि मैं अच्छा मेरी गल एक एक मिनट मेरी गल सुन लो, मेरी गल पूरी होने दो, मैं इत्थे ही खलोता, मेरी गल पूरी होने दो। मैं अपने हक में इंजील के हवाले नहीं पेश करता हुंदा, मैं अपने हक में कुरान और हदीस के हवाले पेश करना हुंदा। हाँ, अगर कुरान और हदीस की तस्दीक वास्ते कोई हवाला पेश करना पे पे, लेकिन चूंकि तुसा इंजील की गल शुरू की है लिहाजा मैं हवाला पेश किया है। हुण इहदे विच साफ तौर ते ईसा अलैहिस्सलाम ने अपने शागिर्दां नूं कहा कि मेरे आउण तो पहला ए होएगा कि बहुत एक नहीं बहुत सारे आउणगे ते कहणगे मैं मसीह हां, लेकिन वो झूठे होणगे, बहुत सारे झूठे नबी भी आणगे। ओदे बाद जो सब कुछ हो जाएगा, ओदे बाद फिर मैं आसमान तो आवांगा। ए लिखिया है, आसमान के बादलों पर आते देखेंगे। ए ईसा अलैहिस्सलाम दे नज़ूल दा लिखिया हुआ इंजील दे विच उन्होंने किंज नासिल होना। जी हुण फरमाओ तुसीं। ਇਹ ਜਿਹੜਾ ਤੁਸੀਂ ਹਵਾਲਾ ਦੇ ਰਹੇ ਹੋ ਇਹਨੂੰ ਤੇ ਈਸਾਈ ਵੀ ਸਦਰਾ ਲੈਂਦੇ ਨੇ ਕਿ ਉਹਨਾਂ ਨੇ ਕਿਹਾ ਜੀ ਝੂਠੇ ਨਬੀ ਆਣਗੇ। ਠੀਕ ਹੈ जनाब ਨਾ, मन ਉਹਦੇ ਬਾਅਦ ਕਿਸੇ ਨੂੰ ਮੰਨਦੇ ਨਹੀਂ ਕਿ ईसाई लैन या ना लैन, मैं ईसाइयों नाल नहीं गल कर रहा, इस वक्त तुहाडे नाल गल कर रहा। ਉਹੀ ਦੱਸ ਰਿਹਾ ਈਸਾਈਆਂ ਹੀ ਤੇ ਤੁਹਾਡੇ 'ਚ ਸਿਰਫ ਇੰਨਾ ਕੀ ਫਰਕ ਹੈ ਕਿ ਤੁਸੀਂ ਇੱਕ ਨੂੰ ਮੰਨ ਕੇ ਦੂਜੇ ਦਾ ਇਨਕਾਰ ਕਰ ਰਹੇ ਹੋ, ਉਹ ਦੋਵਾਂ ਨੂੰ ਨਹੀਂ ਮੰਨਦੇ ਪਏ ਤੇ ਅਸੀਂ ਦੋਵਾਂ ਨੂੰ ਮੰਨਦੇ ਆ। ਇਹ ਫਰਕ जनाब ਹੈ। ठीक है, ਹੁਣ ਜਿੱਥੇ तक आसमानी निशान की गल है, जिथे तक आसमानी निशान नहीं लिखा, इब्ने आदम का निशान आसमान से दिखाई देगा और इब्ने आदम को आसमान के बादलों पर आते देखेंगे। क्या लिखा है? आसमानी निशान नहीं लिखा, इब्ने आदम को आसमान के बादलों पर आते कि अपने आदम का निशान देखेगा। हाँ, जो इब्ने आदम उतरना शुरू होएगा तो आसमान ते उन्होंने निशान नजर आएगा कि कोई आ रहा है थले। ए मतलब है। ਤੁਹਾਡੇ ਅਲਫਾਜ਼ अच्छा, तुसी दसो जी की अल्फाज ने, तुसी दसो की अल्फाज है, तुसी दसो की अल्फाज है, की मतलब है। कि आसमान के निशान जाहिर होंगे। अगे ਜਿਹੜਾ की ਸੂਰਜ है? ਇਹ ਚੰਨ ਹੈ हाँ, ਉਹ की होएगा? ਤਾਰੇ ਵਾਲਾ ਵਾਕਿਆ की होएगा? जी, सूरज ਉਹ चांद, ਉਹਨੂੰ ਪਤਾ ਨਹੀਂ ਲੱਗ सूरज चांद नू की होएगा? ग्रहण लगेगा। ग्रहण लगेगा केड़ी तारीख नू? ग्रहण की पहली ते दरमियानी। चलो जी, ए चैलेंज देख लो मेरा मुबीन साहब, दुनिया दी किसे किताब तो कोई झूठी हदीस पेश कर दो, झूठी, मैं तुहानू सही नहीं कहना, जिहदे विच ए होए कि रमजान दी गिरन दी पहली रात नू
ਤੇ ਸੂਰਜ ਜਿਹੜਾ ਵੇ 28 ਰਮਜ਼ਾਨ ਨੂੰ ਹੋਏਗਾ ਗਿਰਨ, ਇਹ ਨਿਸ਼ਾਨੀ ਕਿਸੇ ਦੀ ਬਿਆਨ ਕੀਤੀ ਹੋਏ, ਚਲੋ ਜੇ ਤੁਸੀਂ ਮੰਨ ਕੁਛ ਮੌਲਵੀ ਸਾਹਿਬ ਇੱਥੇ ਖੁਦਾ ਦਾ ਖੌਫ ਖਾ ਲੋ, ਇੱਕ ਪਾਸੇ ਤੁਸੀਂ ਬਣਾਉਂਦੇ ਹੋ ਰੋਇਤੇ ਕਾਲ ਕਮੇਟੀਆਂ, ਰੋਇਤੇ ਕਮਰ ਕਮੇਟੀ ਦੇ ਨਹੀਂ ਇਹ ਕਦੀ ਬਣਾਈ ਹੋਣੀ ਤੇ ਕਮਰ ਦਾ ਜ਼ਿਕਰ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣ ਲਓ ਇੱਕ ਮਿੰਟ। ਮੈਂ ਤੁਹਾਨੂੰ ਜਿਹੜਾ ਚੈਲੰਜ ਕੀਤਾ ਲੀ ਅਵਲੀ ਲੈਲਤਿਨ ਮਿਨ ਰਮਜ਼ਾਨ ਵਫੀ ਨਿਸਫੀ ਮਿਨਹੂ, ਇਹਦਾ ਤਰਜਮਾ ਦੁਨੀਆ ਦੀ ਕਿਸੇ ਲੁਗਤ ਵਿੱਚ ਰਮਜ਼ਾਨ ਦੀ 13 ਤਾਰੀਖ ਤੇ ਰਮਜ਼ਾਨ ਦੀ 28 ਤਾਰੀਖ ਕਰਕੇ ਵਿਖਾ ਦਿਓ। ਪਹਿਲੀ ਗੱਲ, ਉਹਦੇ ਚ ਕਮਰ ਦਾ ਲਫ਼ਜ਼ ਪੂਰੇ ਮਹੀਨੇ ਤੇ ਬੋਲਿਆ ਜਾਂਦਾ ਹੈ, ਬਲ ਕਮਰਾ ਕਦਰਨਾਹੂ ਮਨਾਜ਼ਿਲਾ, ਕੁਰਾਨ ਦੇ ਵਿੱਚ ਕਮਰ ਪੂਰੇ ਮਹੀਨੇ ਦੇ ਚੰਨ ਨੂੰ ਕਿਹਾ ਜਾਂਦਾ ਹੈ। ਅਰਬੀ ਮੇਰੇ ਕੋਲ ਸਮਝ ਲਓ, ਪੜ੍ਹ ਲਓ ਅਰਬੀ। ਤਾजुल उरूस लुगत दी सब तो वड्डी किताब ते लिखिया कि युसम्मल कमरु हिलालन लिअव्वली लैलतिन मिन शहर, कि कमर दा ना महीने दे पहले 2-3 दिनां विच हिलाल रखिया जांदा, लेकिन हुंदा कमर ही है। पूरे महीने दे चंद नूं कमर कहा जांदा। तुहाडा की मतलब है कि जदों अल्लाह ने कहा है कि वल कमरा कद्दरनाहु मनाजिला, सी चंद दी मंजिला मुकर्रर कर दी, ओदे विच सिर्फ 13, 14, 15 ਦਾ ਚੰਨ ਹੁੰਦਾ, ਪੂਰੇ ਮਹੀਨੇ ਦਾ ਚੰਨ ਨਹੀਂ ਹੁੰਦਾ। ਇਹ ਕਿਹੜੇ ਤੁਸੀਂ ਮੈਨੂੰ ਪਾਸੇ ਲੈ ਕੇ ਜਾ ਰਹੇ ਹੋ? ਇਸ ਮਸਲੇ ਉੱਤੇ ਮੈਂ PhD ਕੀਤੀ ਹੈ, ਇਹ ਜਿਹੜੀ ਸੂਰਜ ਚੰਨ ਗਿਰਨ ਦੀ ਹੈ, ਸਮਝ ਗਏ? ਨਹੀਂ, PhD ਕੀਤੀ ਹੈ ਮੈਂ ਇਹਦੇ ਉੱਤੇ ਕਿ ਇਹ ਕੀ ਰਿਵਾਇਤ ਹੈ, ਕਿਹਦੀ ਰਿਵਾਇਤ ਹੈ। ਮਿਰਜ਼ਾ ਸਾਹਿਬ ਨੇ ਇਹਨੂੰ ਝੂਠਾ ਹਜ਼ੂਰ ਸਲਮ ਦੀ ਗੱਲ ਲਿਖਿਆ ਵੇ, ਹਾਲਾਂਕਿ ਹਜ਼ੂਰ ਸਲਮ ਦੀ ਗੱਲ ਹੀ ਨਹੀਂ ਹੈ, ਇਹ ਮੁਹੰਮਦ ਇਬਨ ਅਲੀ ਦਾ ਕੌਲ ਹੈ। ਔਰ ਤੁਹਾਡੀ ਵੈਬਸਾਈਟ ਤੇ ਅੱਜ ਵੀ ਇਹਨੂੰ ਹਦੀਸ ਰਸੂਲ ਲਿਖਿਆ ਗਿਆ, ਔਰ ਉਸ ਹਦੀਸ ਦੇ ਵਿੱਚ ਲਿਖਿਆ कि वो चंद गिरन ऐसा होएगा जदों मेरी गल सुनो, समझा दो अज तक हदीस दा मतलब ही नहीं दस सके तो जदों तो हदीस दा मतलब कि पूरा मसाला देंदे हो। पहली गल है कि वो हदीस रसूल, एक गल ते मुतफिक हो जाओ। मेरी गल सुनो, मैं समझाना तुहानू। पहली गल है वो हदीस रसूल नहीं, वो मुहम्मद इब्न अली दा कौल है, जिन्होंने तुसीं कहंदे हो इमाम बाकर दा कौल है, ठीक है ना? ना क्या करो, हदीस रसूल है। हुजूर सल्लम दा उस दारे कुतनी दे विच भी ऐ नहीं लिखिया कि हजरत इमाम बाकर ने फरमाया कि हुजूर सल्लम ने फरमाया, ऐ नहीं लिखिया। ਜਿਹੜਾ ਕਿਸੇ ਤਾਬੀ ਦਾ ਤਬਾ ਤਾਬੀ ਦਾ ਕੌਲ ਹੋਏ ਉਹਦਾ ਕੌਲ ਹੁੰਦਾ, ਹਦੀਸ ਰਸੂਲ ਨਹੀਂ ਹੁੰਦੀ। ਉਵੇਂ ਉਹਨੂੰ ਹਦੀਸ ਕਹਿ ਸਕਦੇ ਹੋ ਤਾਬੀ ਦੇ ਕੌਲ ਦੇ, ਉਹ ਅਲੱਗ ਗੱਲ। ਦੂਸਰੀ ਗੱਲ, ਉਸ ਹਦੀਸ ਨੂੰ ਤੁਹਾਨੂੰ ਮੈਂ ਸਮਝਾਣਾ, ਉਹਦੇ ਅਰਬੀ ਅਲਫਾਜ਼ ਨੇ ਕਿ ਅਗਰਚੇ ਉਸ ਹਦੀਸ ਵਿੱਚ 2 ਰਾਵੀ ਝੂਠੇ ਨੇ, ਉਹ ਅਲੱਗ ਗੱਲ ਹੈ, ਲੇਕਿਨ ਮੈਂ ਮੰਨ ਲੈਣਾ ਉਹਦੇ ਅਲਫਾਜ਼ ਨੇ कि यनखसिफुल कमरु लिअव्वली लैलतिन मिन रमजान, रमजान की पहली रात को सूरज किरण होगा। वतनकसिफु शम्सु फी निस्फि मिनहु, निस्फ दा लफ्ज है, वसत दरमियान दा लफ्ज नहीं। निस्फ कहंदे ने अद्धे नूं। निस्फ रमजान में सूरज गिरन होगा। अगे 2 बारी इस हदीस च फरमाया गया कि ऐसा चंद गिरन होएगा कि जदों दे जमीन आसमान बने ने कदे इंज दा चंद गिरन सूरज गिरन नहीं होया होएगा, ठीक है? ऐवे हदीस के अल्फाज अरबी अल्फाज। मेरी गल सुन लो एक मिनट, मेरी एक गल क्या अपनी मर्जी नाल गलती का तो बदले हो। नहीं मैं अपनी मर्जी तुसी गलत तर्जुमा इथे कर रहे हो, मैं अपनी मर्जी तुसी इथे गलत तर्जुमा कर रहे हो, मैं अपनी मर्जी नहीं कर रहा। मेरी गल तो देखो, एक मिनट इथे लफ्ज ने कमरुल अव्वल, ठीक है? चंद दा पहली रात मिन रमजान, रमजान दे नहीं जी, ठीक नहीं चंद दी पहली रात नहीं, चंद दी पहली रात नहीं, लिअव्वली लैलतिन मिन रमजान दा लफ्ज है, लिअव्वली लैलतिन मिन रमजान। ए मेरे सामने है खुली हुई है दारे कुतनी, की कर दे हो तुसी नाल कमर क्यों नहीं पढ़ रहे? ओ पहला में और तू पहले कमर भी आ रहे। यनखसिफुल कमरु लिअव्वली लैलतिन मिन रमजान, सूरज गिरन होएगा रमजान दी पहली रात नूं, ए लफ्ज है। मैं जे आखा कि चंद दी पहली रात नूं होएगा रमजान दे विच, ते इह किवें गलत? रमजान दी पहली रात केड़ी हुंदी है जी? ये अव्वली लैलत मिन रमजान, रमजान दी पहली रात केड़ी? चंद दी पहली रात केड़ी हुंदी है? केड़ी हुंदी है? जदों चंद नजर आएगा पहली रात हुंदी है। चंद दे महीने दी पहली रात केड़ी हुंदी है? ਉਹ ਫਿਰ ਤੁਸੀਂ ਰੋਜ਼ ਤੇ ਕਮਰ ਕਮੇਟੀ ਕਿਉਂ ਨਹੀਂ ਬਣਾਈ? ਰੂਏ ਤੇ ਕਮਰ ਨੂੰ ਤੁਸੀਂ ਮੈਨੂੰ ਦੱਸੋ ਕਿ ਚੰਨ ਦੀ ਜਿਹੜੀ ਏ ਪਹਿਲੀ ਰਾਤ ਕਿਹੜੀ ਹੁੰਦੀ ਹੈ ਮਹੀਨੇ ਦੀ? ਇਹਦੇ ਵਿੱਚ ਐਸ ਹਦੀਸ 'ਚ ਕੋਈ ਲਫ਼ਜ਼ ਨਹੀਂ ਕਿ ਚੰਨ ਦੀ ਗਿਰਨ ਦੀ ਰਾਤ, ਗਿਰਨ ਦਾ ਕੋਈ ਲਫ਼ਜ਼ ਨਹੀਂ। ਅੱਗੇ ਲਫ਼ਜ਼ ਹੈ ਵਤਨ ਕਸਿਫੁ ਸ਼ਮਸੂ, ਸੂਰਜ ਗਿਰਨ ਹੋਗਾ ਫੀ ਨਿਸਫੀ ਮਿਨਹੂ, ਰਮਜ਼ਾਨ ਦੇ ਨਿਸਫ ਵਿੱਚ, ਰਮਜ਼ਾਨ ਦੇ ਨਿਸਫ ਵਿੱਚ। ਨਿਸਫ ਕਹਿੰਦੇ ਨੇ ਅੱਧੇ ਨੂੰ। ਇਹਦਾ ਮਾਇਨਾ ਤੁਹਾਡੇ ਮਿਰਜ਼ਾ ਜੀ ਕਰਦੇ ਨੇ सूरज की गिरन की रातों में से दरमियानी रात में। दरमियान दुनिया की किसी लोगों से निसफ का मायना दरमियान नहीं,
ਵਸਤ ਦਾ ਮੈਨ ਹੁੰਦਾ ਉਹ ਦਰਮਿਆਨ। ਦੇਖੋ ਇੱਕ ਮਿੰਟ, ਠੀਕ ਹੈ, ਉਹ ਤੁਹਾਨੂੰ ਅਸੀਂ ਇੱਕ ਅਸੂਲ ਦੱਸ ਰਹੇ ਹਾਂ। ਜੇ ਇੱਕ ਮਿੰਟ, ਉਹ ਤੁਹਾਨੂੰ ਅਸੀਂ ਇੱਕ ਅਸੂਲ ਦੱਸ ਰਹੇ ਹਾਂ ਕਿ ਚੰਨ ਨੂੰ ਜਦੋਂ ਗ੍ਰਹਿਣ ਹੀ ਉਹਦੀਆਂ ਤਰੀਖਾਂ ਹੀ ਲੱਗਦਾ ਹੈ, ਪਹਿਲੀ ਤਰੀਕ ਨੂੰ ਚੰਨ ਹੀ ਨਹੀਂ ਨਜ਼ਰ ਆਉਂਦਾ। ਇੱਕ ਮਿੰਟ, ਪਹਿਲੀ ਤਰੀਕ ਨੂੰ ਚੰਨ ਹੀ ਨਹੀਂ ਨਜ਼ਰ ਆਉਂਦਾ ਤਾਂ ਤੁਸੀਂ ਆਖੋਗੇ ਗ੍ਰਹਿਣ ਲੱਗਾ, ਕਿਸੇ ਨੇ ਮੰਨਣਾ ਹੀ ਨਹੀਂ। ਐਸੇ ਰਵਾਇਤ ਵਿੱਚ ਗਿਰਨ ਹੀ ਲਿਖਿਆ ਹੋਵੇ ਜਿਹੜਾ ਕਦੇ ਨਹੀਂ ਹੋਇਆ। ਔਰ ਰਮਜ਼ਾਨ ਦੇ ਆਮ ਤਰੀਖਾਂ ਵਿੱਚ ਗਿਰਨ ਦੇ ਤੇ 1000 ਵਾਰੀ ਲੱਗਦਾ ਰਹਿੰਦਾ ਗਿਰਨ। ਇਹਦੇ ਚ ਜ਼ਿਕਰ ਹੈ ਕਿ ਲਮ ਤਕੂਨਾ ਮੁਨਜ਼ੁ ਖਲਕ ਅੱਲਾਹੁ ਸਮਾਵਾਤੀ ਵਲ ਅਰਜ਼ਾ, ਜਦੋਂ ਦੀ ਅੱਲਾਹ ਨੇ ਜ਼ਮੀਨ ਅਸਮਾਨ ਪੈਦਾ ਕੀਤੇ ਨੇ ਕਦੇ ਵੀ ਐਸਾ ਗਿਰਨ ਨਹੀਂ ਲੱਗਾ। ਔਰ ਰਮਜ਼ਾਨ ਦੇ 13 ਤਾਰੀਖ ਨੂੰ ਚੰਨ ਗਿਰਨ ਔਰ 28 ਤਾਰੀਖ ਨੂੰ ਸੂਰਜ ਗਿਰਨ ਤੁਹਾਡੀ ਕਿਤਾਬਾਂ 'ਚ ਲਿਖਿਆ ਕਿ ਹਰ ਪਤਾ ਨਹੀਂ 22 ਤੇ 23 ਸਾਲ ਤੋਂ ਬਾਅਦ ਲੱਗਦਾ ਵੇ, ਔਰ ਮਿਰਜ਼ਾ ਤੋਂ ਪਹਿਲਾਂ 1000 ਵਾਰ ਲੱਗ ਚੁੱਕਿਆ। ਇਹਦੇ 'ਚ ਕੋਈ ਜ਼ਿਕਰ ਨਹੀਂ ਕਿ ਮਹਿਦੀ ਦੇ ਮੁੱਦਾ ਹੀ ਮਾਦੀ ਦੇ ਮੌਜੂਦ ਹੋਣ 'ਚ ਲੱਗੇਗਾ। ਤੁਸੀਂ ਮੈਨੂੰ ਇਸ ਹਦੀਸ ਦੇ ਤਰਜਮੇ ਵਿੱਚੋਂ ਸਾਬਤ ਕਰ ਦਿਓ ਜੋ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ। ਕੀ ਹੈ? ਮੈਂ ਕਹਿੰਦਾ ਹਦੀਸ ਝੂਠੀ ਹੈ। ਇਹ ਮੇਰੀ ਗੱਲ ਸੁਣ ਲਓ, ਇਹ ਰਿਵਾਇਤ ਝੂਠੀ ਹੈ ਮੇਰੇ ਨਜ਼ਦੀਕ। ਮੈਂ ਤੁਹਾਡੇ ਮਜ਼ਹਬ ਦੇ ਉੱਤੇ ਇਹਨੂੰ ਫਰਜ਼ ਕਰਦਿਆ ਹੋਇਆ ਤਰਜਮਾ ਪਿਆ ਕਰਨਾ, ਕਿਉਂਕਿ ਐਸੀ ਰਿਵਾਇਤ ਹਜ਼ਰਤ ਇਮਾਮ ਬਾਕਰ ਫਰਮਾ ਹੀ ਨਹੀਂ ਸਕਦੇ ਕਿ ਜਿਹੜੀ ਰਿਵਾਇਤ ਪੂਰੀ ਨਾ ਹੋ ਸਕੇ। ਰਮਜ਼ਾਨ ਦੀ ਪਹਿਲੀ ਰਾਤ ਨੂੰ ਚੰਨ ਗਿਰਨ ਲੱਗ ਹੀ ਨਹੀਂ ਸਕਦਾ, ਕਿਸ ਤਰ੍ਹਾਂ ਫਰਮਾ ਸਕਦੇ ਨੇ ਲੱਗ ਸਕਦਾ? ਇਹ ਰਿਵਾਇਤ ਝੂਠੀ ਹੈ ਕਿਉਂਕਿ ਇਹਦੇ ਵਿੱਚ ਅਮਰ ਇਬਨ ਤੁਹਾਡੇ ਕੋਲ ਪੁੱਛ ਕੇ ਕਰਨਾ ਚਾਹੀਦਾ ਸੀ ਕਿ ਜੇ ਤੁਹਾਡਾ ਦਿਨ ਮੰਨਦਾ ਹੈ ਤੇ ਠੀਕ ਹੈ, ਮੈਂ ਕਹਿ ਦੇਣਾ ਵਾ। ਜੇ ਮੱਖਣ ਲਾਲ ਸਾਹਿਬ ਦਾ ਦਿਨ ਨਹੀਂ ਮੰਨਦਾ ਜੀ, ਇਮਾਮ ਬਾਕਰ ਸਾਹਿਬ ਕੋਈ ਗੱਲ ਹੀ ਨਹੀਂ ਕਰਨੀ। ਚੁੱਪ ਖੁਦਾ ਮੈਨੂੰ ਇਹ ਸਿਖਾਇਆ ਗਿਆ ਕਿ ਉਸੂਲ ਹਦੀਸ ਹੈ ਕਿ ਜਿਹੜੀ ਰਿਵਾਇਤ ਵਿੱਚ ਦੋ ਰਾਵੀ ਝੂਠੇ ਕਜ਼ਾਬ ਹੋਣ ਉਹ ਰਿਵਾਇਤ ਮੌਜੂ ਹੁੰਦੀ ਹੈ। ਮੈਨੂੰ ਇਹ ਸਿਖਾਇਆ ਗਿਆ। ਤੁਹਾਡਾ ਅਗਰ ਮੈਨੂੰ ਇਹ ਸਿਖਾਇਆ ਗਿਆ ਕਿ ਤਈਦ ਕੁਰਾਨ ਕਰੇ, ਜਿਹਦੀ ਤਈਦ ਕੁਰਾਨ ਕਰ ਰਿਹਾ ਹੋਏ ਉਹ ਜ਼ਈਫ ਹੋ ਨਹੀਂ ਸਕਦੀ। ਔਰ ਮੈਨੂੰ ਇਹ ਸਿਖਾਇਆ ਕਿ ਜਿਹੜਾ ਦਜਾਲ ਹਦੀਸ ਦੇ ਲਫ਼ਜ਼ਾਂ 'ਚ ਆਪਣੇ ਵੱਲੋਂ ਤਰਜਮੇ ਪਾ ਕੇ ਗਲਤ ਤਰਜਮੇ ਕਰੇ ਉਹ ਵੀ ਦਜਾਲ ਹੈ। ਇਹ ਵੀ ਸਿਖਾਇਆ ਗਿਆ। ਮੈਨੂੰ ਇਹ ਸਿਖਾਇਆ ਗਿਆ ਕਿ ਜਿਹੜਾ ਖੁਦਾ ਤਾਲਾ ਦੇ ਭੇਜੇ ਦਾ ਇਨਕਾਰ ਕਰਦਾ ਉਹ ਵੀ ਦਜਾਲ ਹੈ। ਬਿਲਕੁਲ। ਔਰ ਜਿਹੜਾ ਬੰਦਾ ਖੁਦਾ ਝੂਠੀਆਂ ਹਦੀਸਾਂ ਬਣਾ ਕੇ ਆਪਣੇ ਵੱਲੋਂ ਪੇਸ਼ ਕਰੇ ਕਿ ਹਦੀਸ ਹੈ, ਉਹਦੇ ਬਾਰੇ ਜੋ ਉਸਨੇ ਫਰਮਾਇਆ ਉਹਦਾ ਠਿਕਾਣਾ ਜਹੰਨਮ ਹੈ। ਠੀਕ ਹੈ। ਔਰ ਜਿਹੜਾ ਬੰਦਾ ਕੁਰਾਨ ਤੇ ਝੂਠ ਬੋਲੇ ਕਿ ਕੁਰਾਨ ਦੇ ਵਿੱਚ ਫਲਾਣਾ ਕੰਮ ਆਇਆ ਔਰ ਨਾ ਹੋਏ ਉਹ ਵੀ ਝੂਠਾ ਵੇ। ਮੈਨੂੰ ਇਹ ਸਿਖਾਇਆ ਗਿਆ। ਮੈਨੂੰ ਇਹ ਨਹੀਂ ਸਿਖਾਇਆ ਗਿਆ ਕਿ ਇੱਕ ਨਜੂਮੀ ਜਿਹੜਾ ਵੇ ਉਹ ਇੱਕ ਪੇਸ਼ਗੋਈ ਕਰਦਾ ਕਿ ਜੀ ਓਏ ਇਹ ਫਲਾਣਾ ਬੰਦਾ ਜਿਹੜਾ ਵੇ ਨਾ ਫਲਾਣੇ ਦਿਨ ਮਰ ਜਾਏਗਾ, ਤੇ ਉਹ ਜਦੋਂ ਮਰ ਜਾਏ ਤੇ ਉਹ ਆਖੇ ਵੇਖੋ ਮੈਂ ਤੇ ਹਦੀਸ ਬਿਆਨ ਕੀਤੀ ਸੀ, ਇਹ ਕੋਈ ਦਲੀਲ ਨਹੀਂ। ਸਮਝ ਆਈ ਕਿ ਨਹੀਂ? ਤੇ ਇਸ ਵਾਸਤੇ ਮੇਰੇ ਨਜ਼ਦੀਕ ਤੇ ਰਵਾਇਤ ਆਈ ਝੂਠੀ ਹੈ। ਤੁਹਾਡੇ ਨਜ਼ਦੀਕ ਕਲਾਮੀਆਂ ਨੌਜ਼ਬਿਲਾ ਮਾੜਾ ਕਿ ਜਿਹਨੇ ਉਹ ਗੱਲ ਪੁੱਛੋ ਕਿਉਂ? ਤੁਹਾਡੀ ਕਿਤਾਬ ਵਿੱਚ ਲਿਖਿਆ ਕਿ ਝੂਠੀ ਹੈ। ਤੁਹਾਡੀ ਕਿਤਾਬ 'ਚ ਲਿਖਿਆ, ਤੁਹਾਡੀ ਕਿਤਾਬ ਇੱਕ ਕੰਦੀਲ ਸਦਾਕਤ ਹਵਾਲਿਆਂ ਦੀ ਕਿਤਾਬ ਹੈ, ਜਰਮਨੀ ਤੋਂ ਛਪੀ ਹੈ, ਜਿਹਦੇ ਤੇ ਤੁਸੀਂ ਹਵਾਲਿਆਂ ਦੇ ਸਕੈਨ ਲਾਏ ਨੇ। ਉਹਦੇ ਵਿੱਚ ਤੁਸੀਂ ਸੁਣਨੇਦਾਰ ਕੁਤਨੀ ਦਾ ਸਕੈਨ ਲਾਇਆ ਵੇ ਤੇ ਉਹਦਾ ਸਫਾ ਨੰਬਰ 110 ਤੇ ਕੰਦੀਲ ਸਦਾਕਤ ਦੇ ਉਸ ਸਕੈਨ ਦੇ ਵਿੱਚ ਉਸ ਦਾਰੇ ਕੁਤਨੀ ਦੇ ਹਾਸ਼ੇ ਤੇ ਲਿਖਿਆ ਹੋਵੇ ਕਿ ਇਹ ਅਮਰ ਇਬਨ शिमर ਤੇ ਜਾਬਿਰ ਕਿਲਾਹੁਮਾ ਜ਼ਈਫਾਨ ਲਾ ਯੁਹਤਜ ਬਿਹਿਮਾ, ਇਹ ਦੋਵੇਂ ਰਾਵੀ ਜ਼ਈਫ ਨੇ, ਇਹਨਾਂ ਕੋਲੋਂ ਦਲੀਲ ਪਕੜੀ ਨਹੀਂ ਜਾ ਸਕਦੀ। ਇਹ ਤੁਸੀਂ ਆਪਣੀ ਕਿਤਾਬ 'ਚ ਸਕੈਨ ਲਾਇਆ ਜਾ, ਮੈਂ ਨਹੀਂ ਕਹਿੰਦਾ ਪਿਆ। ਤੇ ਜਿਹੜੀ ਹੁਣ ਉਸੂਲ ਹਦੀਸ ਦਾ ਵੇ ਕਿ ਜਿਹੜੇ ਝੂਠੇ ਰਾਵੀ ਹੋਣਗੇ ਉਹ ਉਹਨਾਂ ਨੇ ਝੂਠੀ ਗੱਲ ਇਮਾਮ ਬਾਕਰ ਵੱਲ ਮਨਸੂਬ ਕੀਤੀ ਹੈ। ਇਹ ਜਨਾਬ ਸਾਡੇ ਕੋਲ ਜਿਹੜਾ ਪਹਿਲਾ ਸੂਦ ਹੈ ਨਾ ਉਹ ਕੁਰਾਨ ਦੇ ਨਾਲ ਨਹੀਂ ਟਕਰਾਣੀ ਚਾਹੀਦੀ। ਪਹਿਲਾ ਸੂਦ ਜਿਹਨੂੰ ਤੁਸੀਂ ਹਮੇਸ਼ਾ ਭੁੱਲ ਜਾਂਦੇ ਹੋ। ਤੁਸੀਂ ਤੇ ਉਹਨੂੰ ਵੀ ਧੀਸ ਮੰਨਿਆ ਕਿ ਇਜ਼ਰਾਈਲ ਨੂੰ ਚੰਡ ਮਾਰ ਕੇ ਕਾਣਿਆ ਕਰਤਾ। ਜਨਾਬ ਮਨ ਮੇਰੀ ਗੱਲ ਸੁਣੋ, ਇਹ ਉਸੂਲ ਹਦੀਸ ਜਿਹੜਾ ਵੇ ਕਿਹੜੀ ਹਦੀਸ ਦੀ ਕਿਤਾਬ 'ਚ ਲਿਖਿਆ ਵੇ ਜਿਹੜਾ ਤੁਸੀਂ ਤੇ ਬਿਆਨ ਕਰਦੇ ਹੋ? ਮੈਂ ਕਹਿੰਦਾ ਕੋਈ ਸਹੀ ਹਦੀਸ ਕੁਰਾਨ ਦੇ ਖਿਲਾਫ ਹੋ ਨਹੀਂ ਸਕਦੀ। ਕੋਈ ਸਹੀ ਹਦੀਸ ਕੁਰਾਨ ਦੇ ਖਿਲਾਫ ਨੂੰ। ਹਾਂ, ਸਾਡੀ ਸਮਝ ਅਗਰ ਅਸੀਂ ਕੁਰਾਨ ਜਿਹੜਾ ਵੇ ਉਹਨੂੰ ਨਹੀਂ ਸਮਝ ਸਕਦੇ ਜਾਂ ਕੁਰਾਨ ਦੀ ਆਇਤ ਸਮਝ ਅਸਾਂ ਗਲਤੀ ਕੀਤੀ ਹੈ ਤਾਂ ਸਾਡੀ ਗਲਤੀ ਹੈ, ਜਾਂ ਹਦੀਸ ਸਮਝ ਅਸਾਂ ਗਲਤੀ ਸਾਡੀ ਗਲਤੀ। ਮਨੂ ਜਨਾਬ ਕਿਤੇ ਕੁਰਾਨ ਦਿਖਾ ਦਿਓ ਕਿ ਇਜ਼ਰਾਈਲ ਕਾਣਾ ਹੋ ਸਕਦਾ। ਅੱਛਾ, ਕੁਰਾਨ 'ਚ ਇਹ ਦਿਖਾ ਦਿਓ ਕਿ ਇਜ਼ਰਾਈਲ ਅਗਰ ਇਨਸਾਨੀ ਸ਼ਕਲ 'ਚ ਆਏ ਤੇ ਕਾਣਾ ਨਹੀਂ ਹੋ ਸਕਦਾ। ਇਹ ਕੁਰਾਨ 'ਚ ਦਿਖਾ ਦਿਓ ਨਹੀਂ ਹੋ ਸਕਦਾ। ਤੁਸੀਂ ਨਫੀ ਦਿਖਾ ਦਿਓ। ਇਹਦਾ ਮਤਲਬ ਜਿਸ ਫਰਿਸ਼ਤੇ ਨੂੰ ਚੰਡ ਮਾਰੋਗੇ ਉਹ ਕਾਣਾ ਹੋ ਜਾਏਗਾ। ਇਨਸਾਨੀ ਸ਼ਕਲ ਜਿਹੜੀ ਇਨਸਾਨੀ ਸ਼ਕਲ ਹੈ ਉਹ ਫਰਿਸ਼ਤਾ ਨਹੀਂ ਸੀ, ਉਹ ਇਨਸਾਨੀ ਸ਼ਕਲ ਸੀ। ਚਲੋ ਸਮਝ ਗਏ ਨਹੀਂ? ਜਿਹੜੀ ਹਦੀਸ ਵਿੱਚ, ਲੇਕਿਨ ਮੈਂ ਉਹ ਹਦੀਸ ਨਹੀਂ ਪੇਸ਼ ਆਪਣੇ ਜਵਾਬ ਨਹੀਂ ਆਂਦਾ ਤਾਂ ਗੱਲ ਨੂੰ ਫਿਰ ਦੂਜੇ ਪਾਸੇ ਤੋੜੀ ਜਾਂਦੇ ਹੋ। ਚੰਦ ਗ੍ਰਹਿਣ ਤੁਹਾਡਾ ਗ੍ਰਹਿਣ ਦਾ ਮਤਲਬ ਇਹ ਕਿ ਹਜ਼ਰਤ ਜਿਬਰਾਈਲ ਜਦੋਂ ਇਨਸਾਨੀ ਸ਼ਕਲ 'ਚ ਆਏ ਸਨ ਸੂਲੇ ਕਰੀਮ ਕੋਲ, ਉਦੋਂ ਕੋਈ ਵੀ ਹੱਥੀ ਪੈ ਜਾਂਦਾ। ਮੇਰੀ ਗੱਲ ਸੁਣੋ,
ਖੁਦਾ ਦਾ ਖੌਫ ਕਰੋ। ਤੁਹਾਡੇ ਮਿਰਜ਼ੇ ਨੇ ਲਿਖਿਆ ਹੈ ਕਿ ਬੁਖਾਰੀ ਸ਼ਰੀਫ ਸਹੀ ਅਸਹਲ ਕੁਤੁਬ ਬਾਦਾ ਕਿਤਾਬ ਅੱਲਾ ਵੇ। ਇਹ ਬੁਖਾਰੀ ਦੀ ਹਦੀਸ ਹੈ, ਤੁਸੀਂ ਕਿਉਂ ਨਹੀਂ ਮੰਨਦੇ? ਤੁਹਾਡੀ ਨਹੀਂ ਬੁਖਾਰੀ, ਮੇਰੀ ਬੁਖਾਰੀ ਹੈ। ਤੁਹਾਡੀ ਬੁਖਾਰੀ ਕਿੱਥੋਂ ਆਈ? ਮੈਨੂੰ ਪਤਾ ਉਹਨਾਂ ਨੇ ਲਿਖਿਆ ਅਸਲ ਕਿਤਾਬਾਂ ਤੇ ਕਿਤਾਬੁੱਲਾ ਉਹਨਾਂ ਨੇ ਲਿਖਿਆ। ਨਹੀਂ, ਤੁਹਾਡੀ ਬੁਖਾਰੀ ਨਹੀਂ, ਬੁਖਾਰੀ ਸ਼ਰੀਫ ਨੂੰ ਤੁਸੀਂ ਨਹੀਂ ਮੰਨਦੇ। ਮੰਨਦੇ ਹਾਂ ਅਸੀਂ ਵੀ। ਤੇ ਉਸ ਬੁਖਾਰੀ ਚ ਹਦੀਸ ਹੈ ਤੇ ਮੇਰੇ ਕੋਲੋਂ ਕਿਉਂ ਪੁੱਛਦੇ ਹੋ? ਤੁਸੀਂ ਜਵਾਬ ਦਿਵੋ। ਹਾਂ ਜਾਂ ਤੇ ਚਲੋ ਇੱਕ ਇਹ ਵੀ ਸਾਬਤ ਹੋ ਗਈ ਗੱਲ। ਤੁਹਾਡੀ ਕਰ ਦਿਓ। ਇਹ ਰਿਕਾਰਡਿੰਗ ਤੁਸੀਂ ਜ਼ਰੂਰ ਦੇਣੀ ਹੈ ਜਿਹੜਾ ਤੁਸੀਂ ਇਕਰਾਰ ਕੀਤਾ ਹੈ ਕਿ ਬੁਖਾਰੀ ਸਾਡੀ ਵੀ ਹੈ। ਤੁਸੀਂ ਵੀ ਕਹਿੰਦੇ ਹੋ ਤੁਹਾਡੀ ਵੀ ਹੈ, ਕਹਿੰਦੇ ਹੋ ਤੁਸੀਂ। ਕਹਿੰਦੇ ਆ, ਬਿਲਕੁਲ ਕਹਿੰਦੇ ਆ, ਅਸੀਂ ਸਾਡੀ ਵੀ ਹੈ। ਹੁਣ ਇਸ ਗੱਲ ਤੋਂ ਤੁਸੀਂ ਕਰਨਾ, ਮੇਰੀ ਗੱਲ ਸੁਣੋ। ਤੁਸੀਂ ਬਿਲਕੁਲ ਸੁਹੇਲ, ਇਹ ਪੂਰੀ ਰਿਕਾਰਡਿੰਗ ਜਿਹੜੀ ਹੈ ਦੇਣੀ ਵੀ ਹੈ ਤੇ ਕੱਲ ਲਾਣੀ ਵੀ ਹੈ। ਠੀਕ ਹੈ, ਅਨਵਾਰੁਲ ਨੂੰ ਭੇਜ ਦੇਗਾ ਮੈਨੂੰ, ਅਨਵਾਰੁਲ ਨੂੰ ਭੇਜ ਦੇਗਾ। ਇਹਦੇ ਚ ਕੋਈ ਨਹੀਂ। ਤੁਸੀਂ ਇਹ ਵੀ ਕਹਿੰਦੇ ਹੋ ਬੰਦਾ ਫਿਰ ਮੁਕਰ ਗਿਆ ਹੀ ਇਹ ਤੁਹਾਡਾ ਬੰਦਾ ਰਿਕਾਰਡਿੰਗ ਮੁਕਰ ਗਿਆ ਹੀ ਮੇਰੀ ਗੱਲ ਮੁਕਰ ਰਿਹਾ, ਮੁਕਰਨ ਵਾਲਾ ਰਿਕਾਰਡਿੰਗ ਮੁਕਰ ਗਿਆ। ਮੇਰੀ ਗੱਲ ਸੁਣੋ ਜਨਾਬ ਮਨ, ਇਹਦੇ ਤੇ ਗੱਲ ਕਰੋ ਇੱਧਰ। ਹੁਣ ਮੈਨੂੰ ਦੱਸੋ ਕਿ ਰਮਜ਼ਾਨ ਦੀ ਪਹਿਲੀ ਰਾਤ ਨੂੰ ਗਿਰਨ ਲੱਗ ਸਕਦਾ ਹੈ ਚੰਨ ਨੂੰ? ਦੱਸੋ। ਰਮਜ਼ਾਨ ਦੀ ਪਹਿਲੀ ਰਾਤ ਨੂੰ ਚੰਨ ਨਜ਼ਰ ਨਹੀਂ ਆਉਂਦਾ ਤੇ ਗ੍ਰਹਿਣ ਕਿੱਥੋਂ ਲੱਗੇਗਾ? ਤੇ ਲਿਹਾਜ਼ਾ ਹਦੀਸ ਝੂਠੀ ਹੈ ਫਿਰ ਇਹ ਰਿਵਾਇਤ, ਕਿਉਂਕਿ ਇਹਦੇ ਚ ਇਹੀ ਹੈ ਕਿ ਰਮਜ਼ਾਨ ਦੀ ਪਹਿਲੀ ਰਾਤ ਨੂੰ ਚੰਨ ਗਿਰਨ ਹੋਣਾ ਹੈ। ਮੌਲਾ ਮੁਬੀਨ ਵਰਗੇ ਰਾਵੀ ਨੇ ਝੂਠੇ ਤੇ ਫਿਰ ਚੰਨ ਦੀ ਕਹੀ ਹੈ, ਤੁਸੀਂ ਰਮਜ਼ਾਨ ਦੀ ਬਣਾ ਲਓ ਤੇ ਵੱਖਰੀ ਗੱਲ ਹੈ। ਉਹ ਸਰ ਜੀ ਕਮਰ ਦਾ ਲਫ਼ਜ਼ ਹੈ, ਹਲਾਲ ਦਾ ਲਫ਼ਜ਼ ਨਹੀਂ ਆਇਆ, ਵੀ ਤੇ ਵੇਖੋ। ਅੱਛਾ ਤੇਰੇ ਵਰਗੇ ਝੂਠੇ ਬੰਦੇ ਰਾਵੀ ਨੇ ਵਿੱਚ। ਮੁਬੀਨ ਇੱਕ ਮਿੰਟ ਹੈ, ਸੁਣੋ ਚਾਰ ਗੱਲ ਸੁਣੋ। ਚੰਦ ਦੀ ਤਾਰੀਖਾਂ ਨੂੰ ਹਲਾਲ ਕਿਹਾ ਜਾਂਦਾ, ਕਮਰ ਨਹੀਂ ਕਿਹਾ ਜਾਂਦਾ। ਤੇਰੇ ਵਰਗੇ ਝੂਠੇ ਰਾਵੀ ਨੇ ਵਿੱਚ, ਤੇਰੇ ਵਰਗੇ ਤੁਹਾਡੇ ਦੋਵਾਂ ਵਰਗੇ ਯਾਰ ਸੁਹੇਲ ਇੱਕ ਮਿੰਟ ਚੁੱਪ ਕਰ ਯਾਰ, ਇੱਕ ਮਿੰਟ ਠਹਿਰ ਜਾ। ਚੰਨ, ਅੱਛਾ ਤੇਰੇ ਨਜ਼ਦੀਕ ਮੁਬੀਨ ਮਲਕ ਸਾਹਿਬ ਕਮਰ ਜਿਹੜਾ ਵੇ ਕਦੋਂ ਤੋਂ ਸ਼ੁਰੂ ਹੁੰਦਾ? ਕਮਰ ਹਿਲਾਲ ਕਿੰਨੇ ਦਿਨਾਂ ਦਾ ਚੰਨ ਹੁੰਦਾ? ਸਲਾਹ ਕਰਕੇ ਦੱਸ। ਚਲੋ ਪਹਿਲੇ ਦਿਨ ਦਾ ਵੀ ਹਿਲਾਲ ਹੋਗਾ, ਦੂਜੇ ਦਿਨ ਦਾ ਵੀ, ਤੀਸਰੇ ਦਿਨ ਤੋਂ ਕਮਰ ਹੋ ਜਾਂਦਾ, ਚੌਥੇ ਦਿਨ ਤੋਂ ਕਮਰ ਹੋ ਜਾਂਦਾ। ਹਾਂ, ਫਿਰ ਇਹਦਾ ਮਾਨਾ ਬਣੇਗਾ ਕਿ ਕਮਰ ਦੀ ਪਹਿਲੀ ਰਾਤ ਨੂੰ ਚੰਨ ਗਿਰਨ ਹੋਏਗਾ, ਫਿਰ ਵੀ 13 ਤੱਕ ਕੇ ਤੂੰ ਖੜਨਾ ਪਿਆ। ਉਹ 13 ਤੱਕ ਇਸ ਵਾਸਤੇ ਹੁਣ ਉਹ ਬੋਲਦਾ ਕਿ ਦੂਜਾ ਸਫਾਈ ਦੇਣਾ ਕਹਿੰਦੇ। ਠਹਿਰੋ ਜੀ, ਇੱਕ ਬੰਦਾ ਮੁਬੀਨ ਪਹਿਲਾਂ ਜਵਾਬ ਦੇ ਲੈਣਾ, ਫਿਰ ਤੁਸੀਂ ਬੋਲਿਓ ਕਿ ਅਗਰ ਤੂੰ ਇਹੀ ਕਹਿੰਦਾ ਚਲੋ ਕਮਰ ਜਿਹੜਾ ਜੀ ਪਹਿਲੀ ਰਾਤਾਂ ਨੂੰ ਕਮਰ ਨਹੀਂ ਹੁੰਦਾ, ਤੇ ਚਲੋ ਕਮਰ ਦੀ ਪਹਿਲੀ ਰਾਤ ਜਿਹੜੀ ਹੈ ਉਹ ਕਿਹੜੀ ਹੁੰਦੀ ਹੈ? ਇਹ ਗ੍ਰਹਿਣ ਦੀਆਂ ਤਰੀਕਾਂ ਦੀ ਗੱਲ ਹੋ ਰਹੀ ਹੈ, ਕਮਰ ਦੀ ਗ੍ਰਹਿਣ ਦੀ ਤਰੀਕੇ ਦੀ ਗੱਲ ਹੋ ਰਹੀ ਹੈ ਭਾਜੀ। ਅੱਛਾ, ਇਹਦੇ ਤੇ ਉਹ ਲਫ਼ਜ਼ ਬੱਚਿਆਂ ਨੂੰ ਸਮਝਾਓ ਪਹਿਲੇ, ਕੁਝ ਕਹਿੰਦਾ ਕਰੀ ਕੁਝ। ਇਹਦੇ ਚ ਉਹ ਲਫ਼ਜ਼ ਦੱਸ ਦਿਓ ਕਿ ਜਿਹਦਾ ਤਰਜਮਾ ਗਿਰਨ ਦੀ ਪਹਿਲੀ ਤਾਰੀਖ। ਤੁਸੀਂ ਆਪ ਕਿਹਨੇ ਕੰਮ ਕਰ ਹੈ ਕੰਨ ਕਰ ਸਕੋ, ਤੁਸੀਂ ਆਪ ਲਫ਼ਜ਼ ਬੋਲਿਆ ਸੀ। ਓਹੋ, ਯਨ ਕਸੀਫੁਲ ਕਮਰੂ ਦਾ ਮਾਨਾ ਵੇ ਚੰਨ ਨੂੰ ਗਿਰਨ ਲੱਗੇਗਾ। ਇਹ ਯਨ ਕਸੀਫੂ ਜਿਹੜਾ ਵੇ ਦਾ ਮਾਨਾ ਗਿਰਨ ਲੱਗੇਗਾ ਚੰਨ ਨੂੰ। ਲਿਅਵਲੀ ਲੈਲਤਿਨ ਮਿਨ ਰਮਜ਼ਾਨ, ਪਹਿਲੀ ਰਾਤ ਕੋ ਰਮਜ਼ਾਨ ਸੇ, ਇਹ ਲਫ਼ਜ਼ੀ ਤਰਜਮਾ ਹੈਗਾ। ਇਹਦੇ ਵਿੱਚ ਗਿਰਨ ਦੀ ਪਹਿਲੀ ਰਾਤ ਤਰਜਮਾ ਕੀਤਾ ਹੈ, ਰਮਜ਼ਾਨ ਦੀ ਪਹਿਲੀ ਰਾਤ ਤੇ ਹੈ। ਚਲੋ ਤੁਸੀਂ ਕਹਿੰਦੇ ਕਮਰ ਦੀ ਪਹਿਲੀ ਰਾਤ, ਕਮਰ ਦੀ ਪਹਿਲੀ ਰਾਤ ਵੀ ਗੱਲ ਹੀ ਗ੍ਰਹਿਣ ਦੀ ਹੋ ਰਹੀ ਹੈ ਤੇ ਉਹਦੀ ਪਹਿਲੀ ਰਾਤ ਹੀ ਹੋਣੀ ਹੈ ਨਾ। ਇਹ ਫਿਰ ਨਿਸ਼ਾਨੀ ਕਿੰਜ ਹੋਈ? ਦੁਨੀਆ ਦੇ ਵਿੱਚ 1000 ਵਾਰੀ 13 ਰਮਜ਼ਾਨ ਨੂੰ ਗਿਰਨ ਲੱਗਾ ਔਰ 28 ਰਮਜ਼ਾਨ ਨੂੰ ਸੂਰਜ ਨੂੰ, ਇਹ ਨਿਸ਼ਾਨੀ ਕੀ ਹੋਈ? ਕਿੰਨੇ ਬੰਦਿਆਂ ਨੇ ਦਾਵਾ ਕੀਤਾ ਤੇ ਉਹਦੇ ਬਾਅਦ ਉਹ ਰਮਜ਼ਾਨ ਚ ਲੱਗਾ? ਅੱਛਾ, ਇਸ ਹਦੀਸ ਦੇ ਵਿੱਚ ਕਿੱਥੇ ਲਫ਼ਜ਼ ਲਿਖਿਆ ਕਿ ਦਾਵਾ ਕਰੇਗਾ ਕੋਈ? कैसे लिखा कि इमाम महदी जब जाहिर होगा तो उसके नहीं लिखा, नहीं लिखा इमाम महदी जब जाहिर होगा। मैं ਤੁਹਾਨੂੰ ਇਸੇ ਹਦੀਸ ਦੇ ਬਾਅਦ ਰਿਵਾਇਤ ਵਿਖਾ ਦੇਣਾ, ਮੈਂ ਤੁਹਾਨੂੰ ਬਾਅਦ ਰਿਵਾਇਤ ਵਿਖਾ ਦੇਣਾ। ਗੱਲ ਹੈ ਵੇ ਜਿਹੜੀ ਦਾਰੇ ਕੁਤਨੀ ਦੀ ਰਿਵਾਇਤ ਮੇਰੇ ਸਾਹਮਣੇ ਦੂਜੀਆਂ ਤੂੰ ਪੇਸ਼ ਕਰੇਗਾ ਜਦੋਂ ਤੇ ਉਦੋਂ ਮੈਂ ਦੇਖਾਂਗਾ। ਇਹਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਜਦੋਂ ਇਮਾਮ ਮਹਦੀ ਜ਼ਾਹਿਰ ਹੋਏਗਾ, ਨਾ ਇਹ ਲਿਖਿਆ ਕਿ ਉਥੋਂ ਜਦੋਂ ਦਾਵਾ ਕਰੇਗਾ ਇਮਾਮ ਮਹਦੀ ਤੇ ਉਦੋਂ ਇਹ ਹੋਏਗਾ, ਤੇ ਨਾ ਇਹ ਲਿਖਿਆ ਕਿ ਗਿਰਨ ਦੀ ਪਹਿਲੀ ਰਾਤਾਂ ਨੂੰ ਚੰਨ ਗਿਰਨ ਹੋਏਗਾ। ਅੱਗੇ ਲਿਖਿਆ ਤਨ ਕਸਿਫੁ ਸ਼ਮਸੁ ਫਿ ਨਿਸਫੀ ਮਿਨ, ਨਿਸਫ ਦਾ ਮਾਨਾ ਤੇ ਤੁਹਾਨੂੰ ਹੁੰਦਾ ਹੀ ਹੋਵੇ ਨਾ, ਅੱਧੇ ਚ। ਨਿਸਫ ਮਾਨਾ ਨਾ ਅੱਧਾ, ਨਿਸਫ ਆਧਾ। ਤੇ ਸੂਰਜ ਜਿਹੜਾ ਵੇ ਉਹ ਅੱਧੇ ਰਮਜ਼ਾਨ ਚ ਗਿਰਨ ਹੋਏਗਾ। क्या सूरज भी अद्धे रमजान च गिरन नहीं हो सकता? यानी गैर तभी तौर पे जिन्होंने अभी कैसी क्या हदीस है तो मैं होने वाला बखाना। मेरी गल सुन मुबीन, मेरी गल सुन जी जी। अगर ते तू हवाला पेश करना है हजजुल करामा दा या हवाला पेश करना है
ਜਿਹੜੀ ਵੀ ਕਿਤਾਬ ਦਾ ਹਵਾਲਾ ਪੇਸ਼ ਕਰੇਗਾ ਉਹਦੀ ਜਿਹੜੀ ਪੂਰੀ ਗੱਲ ਤੈਨੂੰ ਮੰਨਣੀ ਪਏਗੀ। ਜਾਂ ਤੂੰ ਮੁਜੱਦਦ ਅਲ-ਫਸਾਨੀ ਦਾ ਹਵਾਲਾ ਪੇਸ਼ ਕਰਨਾ ਹੈ, ਜਿਹੜੀ ਵੀ ਪੇਸ਼ ਕਰੇਗਾ ਉਹ ਮੰਨਣੀ ਪਏਗੀ। ਤੁਸੀਂ ਜਿਹਦਾ ਹਵਾਲਾ ਦਿੰਦੇ ਹੋ ਫਿਰ ਉਹਦੀਆਂ ਪੂਰੀਆਂ ਗੱਲਾਂ ਮੰਨਦੇ ਹੋ? ਜਿਹਦਾ ਹਵਾਲਾ ਮੈਂ ਦਾਂਗਾ ਆਪਣੇ ਹੱਕ 'ਚ ਇਨਸ਼ਾਅੱਲਾਹੁ ਤਾਲਾ ਮੈਂ ਉਹਦੀ ਗੱਲ ਪੂਰੀ ਕਰਾਂਗਾ ਆਪਣੇ ਹੱਕ 'ਚ। ਲੇਕਿਨ ਤੁਹਾਡੇ ਤੇ ਇਤਮਾਮ ਹੁਜਤ ਵਾਸਤੇ ਤੁਹਾਡੀ ਇਤਮਾਮ ਮੁਹੰਮਦ ਦੀ ਵੀ ਮੰਨ ਲਓ ਤੇ ਨਬੀ ਵੀ ਮੰਨ ਲਓ, ਕਿਉਂਕਿ ਉਹਨਾਂ ਦਾ ਤੁਸੀਂ ਅੱਗੇ ਉਹਨਾਂ ਦਾ ਹਵਾਲਾ ਪੇਸ਼ ਕੀਤਾ ਸੀ। ਉਹ ਤੁਹਾਡੇ ਉੱਤੇ ਇਤਮਾਮ ਹੁਜਤ ਵਾਸਤੇ ਦਿੱਤਾ ਹੈ, ਮੇਰੇ ਵਾਸਤੇ ਨਹੀਂ ਦਿੱਤਾ। ਤੁਸੀਂ ਹੁਣੀ ਕਿਹਾ ਹੈ, ਰਿਕਾਰਡਿੰਗ ਹੋ ਰਹੀ ਹੈ, ਤੁਸੀਂ ਹੁਣੀ ਕਿਹਾ ਹੈ ਕਿ ਜਿਹਦਾ ਮੈਂ ਹਵਾਲਾ ਪੇਸ਼ ਕਰਾਂਗਾ ਮੈਂ ਆਪਣੀ ਦਲੀਲ ਦੇ ਹੱਕ ਵਿੱਚ ਜਿਹੜਾ ਹਵਾਲਾ ਪੇਸ਼ ਕਰਾਂਗਾ ਕਿ ਜੀ ਮੇਰੀ ਦਲੀਲ ਹੈ ਉਹ ਮੈਂ ਮੰਨਾਂਗਾ, ਠੀਕ ਹੈ ਨਾ। ਤੁਸੀਂ ਮਿਰਜ਼ਾ ਸਾਹਿਬ ਦਾ ਹਵਾਲਾ ਆਪਣੀ ਦਲੀਲ ਦੇ ਹੱਕ 'ਚ ਨਹੀਂ ਸੀ ਪੇਸ਼ ਕੀਤਾ? ਨਹੀਂ ਮੈਂ ਆਪਣੇ ਦਲੀਲ ਦਾ ਹੱਕ ਨਹੀਂ, ਤੁਹਾਡੇ ਤੇ ਇਤਮਾਮ ਹੁਜਤ ਵਾਸਤੇ ਕਰਨਾ ਉਹ, ਖੁਦਾ ਦਾ ਖੌਫ, ਠੀਕ ਹੈ ਨਾ। ਹੁਣ ਤੁਸੀਂ ਇਹ ਤਾਰੇ ਕੁਤਨੀ ਦਾ ਹਵਾਲਾ ਪੇਸ਼ ਕਰਦੇ ਹੋ, ਖੁਦਾ ਦਾ ਖੌਫ ਨਹੀਂ ਜਨਾਬ, ਨਿਕਲੋ ਹੁਣ, ਬੜੇ ਬੁਰੇ ਫਸੇ ਹੋ ਅੱਜ। ਉਹ ਜਨਾਬ ਅਸੀਂ ਨਹੀਂ ਤੁਹਾਡੀਆਂ ਤੋਂ ਵੇਖ ਰਹੇ ਹਾਂ ਉਦੋਂ ਦੇ, ਤੁਹਾਡੀਆਂ ਤੋਂ ਵੇਖ ਰਹੇ ਹਾਂ। ਇਹ ਤਾਂ ਜਦੋਂ ਰਿਕਾਰਡਿੰਗ ਲੱਗੇਗੀ ਫਿਰ ਪਤਾ ਲੱਗੇਗਾ ਨਾ ਕਿ ਪੂਰੀ ਨਿਮਤ ਦੂੰਗਾ ਦਾ ਕੀ ਮਤਲਬ ਹੈ। ਹਾਂ ਬਈ ਪੇਸ਼ ਕਰ ਯਾਰ, ਆਪਣੀ ਮਰਜ਼ੀ ਦੀਆਂ ਗੱਲਾਂ ਕੱਢੀ ਜਾਣਾ, ਆਪਣੀ ਮਰਜ਼ੀ ਦੀਆਂ ਛੋਟੀਆਂ ਗੱਲਾਂ ਕੱਢੀ ਜਾਣਾ, ਲਾਈ ਜਾਣਾ। ਨਹੀਂ ਲਾਉਣੇ ਦੇ ਬਗੈਰ ਕਤੋਂ ਬੜੀ ਤੇ ਲੱਗੇਗੀ ਇਨਸ਼ਾਅੱਲਾ। ਨਵਾਰੋ ਲੋਂ ਭੇਜ ਦੋ, ਨਵਾਰੋ ਲੋਂ ਬਸ। ਹਾਂਜੀ ਪੂਰੀ ਲਾਣਾ ਨਾ, ਲਾਣਾ ਤੇ ਵੇਖ ਲਾਂਗੇ ਜੀ, ਬਗੈਰ ਕਤੋਂ ਬੜੀ ਤੋਂ ਲੱਗੇਗੀ। ਅਨਵਾਰੋ ਲੋਂ ਭੇਜ ਦੋ, ਪੈਸੇ मैं भेज देना। ਹਾਂਜੀ ਮੁਬੀਨ ਸਾਹਿਬ, ਹਾਂਜੀ बोलो। अहवालुल आखिर किताब है, की ना है अहवालुल आखिर आखिरत निकल आएगी। किरी लिखी है? जवाब देगी। नहीं किरी लिखी है? मौलवी हाजी मोहम्मद दिल पजीर साहब अब्बासी बेरवी। हाँ बड़ा बड़ा मुफस्सर कोई आंदा ही। अच्छा की लिखिया जी ਉਹਦੇ 'ਚ? अच्छा तेरे ਕੋਲ ਪੂਰੇ ਸਫੇ ਦਾ ਸਕੈਨ ਹੈ? ਗੱਲ ਸੁਣ, ਇਹ ਉਹੀ ਸਕੈਨ ਹੈ ਜਿਹੜਾ ਤੂੰ ਪਹਿਲਾਂ ਕੋਈ ਦਿਨ ਪਹਿਲਾਂ 2-3 ਸਫੇ ਲਾਏ ਸਨ, ਉਹੀ ਹੈ ਕਿ ਕੋਈ ਹੋਰ ਹੈ? ਕੋਈ ਹਵਾਲੇ ਦਾ ਆਖਰਤ ਹੋਈ ਹੈ। ਠੀਕ ਹੈ, ਇਹਦੇ ਉੱਤੇ ਤੂੰ ਮੇਰੀ ਵੀਡੀਓ ਨਹੀਂ ਦੇਖੀ ਇਹਨਾਂ ਹਵਾਲੇ ਦੇ ਉੱਤੇ ਹਾਲੇ ਤੱਕ? देखिए कि नहीं? अच्छा मतलब हक नवाज तुसी है फिर? नहीं ओ जाल हाथ वाली वीडियो नहीं, मेरी वीडियो मिठन लाल दी नहीं देखी हाले तक? उदों ही मैं बनाई वीडियो लाई, मैं नहीं देखी, वाकई मैं नहीं देखी। हाँ जी, ओ मैं तुहानू दा लिंक भेजना वा। जाल हक दी गल नहीं मैं कर रहा, ओने ते पूरी सीरीज बनाई सी ना ਇਹਦੇ ਉੱਤੇ, ਇਹ ਜਿਹੜੀ ਇਹ सूरज चंद गिरन उत्ते मैं एक 5 मिनट ਦੀ ਵੀਡੀਓ ਬਣਾਈ ਸੀ, ਉਦੋਂ ਬਣਾਈ ਸੀ ਜਦੋਂ ਤੂੰ ਲਾਏ ਸਨ, और ਉਹਦੇ ਵਿੱਚ ਮੈਂ ਲਿਖਿਆ ਸੀ ਪੂਰੇ ਸਫੇ ਦਾ। अच्छा सफा जे पूरा तेरे सामने में ना, ते शुरू तो आखिर तक पढ़ना ही है उर्दू का सफा, चल पढ़, क्योंकि मेरे सामने किताब नहीं है इस वक्त, ते लिहाजा मैं नहीं पढ़ सकता। मैं तू पूरा सफा पढ़ना है उतो थले तक। उर्दू च ना किताब? नहीं पंजाबी च। नहीं अरबी से नहीं ना? नहीं अरबी नहीं, अरबी भी नहीं, फारसी भी नहीं, पंजाबी। चलो उर्दू च, पंजाबी च या उर्दू च तो पूरा सफा पढ़ना है। मैं ਤੁਹਾਨੂੰ ਵੇਖਾਂ ਜਿੱਥੇ ਇਮਾਮਤ ਦੀ ਜ਼ਾਹਿਰ ਹੋਏਗਾ ਤੁਹਾਨੂੰ ਮੈਂ ਉਹ ਦੱਸਣਾ। ਤੁਹਾਨੂੰ ਮੈਂ ਦੱਸਣਾ ਇਸ ਕੀ ਇਹਨਾਂ ਨੇ ਕਿਹਾ ਸੀ ਕਿ ਕਿਉਂਕਿ ਜਿਹੜੀ ਕਿਤਾਬ ਮੇਰੇ ਕੋਲ ਨਹੀਂ ਇਸ ਵਕਤ, ਮੈਂ ਉਹਦੇ ਉੱਤੇ ਤੈਨੂੰ ਇਸ ਵਕਤ ਜਵਾਬ ਨਹੀਂ ਦੇ ਸਕਦਾ, ਤੇ ਉਹ ਤੂੰ ਪੜ੍ਹ ਫਿਰ ਮੈਂ ਤੈਨੂੰ ਜਵਾਬ ਦੇਣਾ। ਚੰਦ ਸੂਰਜ ਨੂੰ ਗ੍ਰਹਿਣ ਲੱਗੇ ਵਿੱਚ ਰਮਜ਼ਾਨ ਮਹੀਨੇ, ਜ਼ਾਹਿਰ ਜਦੋਂ ਮੁਹੰਮਦ ਮਹਿਦੀ ਹੋਸੀ ਵਿੱਚ ਜ਼ਮੀਨੇ। ਇਹ ਖਾਸ ਇਲਾਮਤ ਮਹਿਦੀ ਵਿੱਚ ਇੱਕ ਪਾਕ ਨਬੀ ਫਰਮਾਈ, ਵਿੱਚ ਹਦੀਸਾਂ ਸਰਵਰੇ ਆਲਮ ਪਹਿਲੂ ਖਬਰ ਸੁਣਾਈ। ਇਹ ਵੇਖੋ ਇੱਥੇ ਵੀ ਮੰਨ ਗਏ ਨੇ ਕਿ ਹਦੀਸਾਂ ਖਬਰ ਆਈ ਹੈ, ਇਮਾਮ ਮਹਿਦੀ ਜ਼ਾਹਿਰ ਹੋਣ ਤੇ ਇਹ ਕੰਮ ਹੋਏਗਾ। ਫਿਰ ਉਹਨਾਂ ਨੇ ਕਿਹਾ ਸੀ 1311 ਸਨਾਂ ਵਿੱਚ ਇਹ ਵੀ ਪੂਰੀ ਹੋਈ। ਗ੍ਰਹਿਣ ਲੱਗਾ ਸਨ ਸੂਰਜ ਨੂੰ ਜਿਉਂ ਕਰ ਅਮਰ ਹਜ਼ੂਰੀ, ਜਿਸ ਦਿਨ ਥੀ ਤਾਂ ਸੂਰਜ ਤਾਈ ਖਾਕ ਪਾਕ ਹੋ ਪਾਇਆ। ਐਸਾ ਵਾਕਿਆ ਵੇਖਣ ਵਿੱਚ ਅੰਦਰ ਕਦੀ ਨਾ ਆਇਆ। ਹਾਂਜੀ ਪੰਜਾਬੀ ਆਂਦੀ ਹੈ? ਮਤਲਬ ਨਹੀਂ ਇਹਦੇ ਵਿੱਚ ਕੀ ਹੈ ਫਿਰ? ਲੈ ਇਹਨਾਂ ਨੇ ਕਿਹਾ ਪੂਰਾ ਹੋ ਵੀ ਗਿਆ, ਤੁਸੀਂ ਮੰਨਦੇ ਨਹੀਂ ਪਏ, ਜੇ ਮੰਨ ਲਈ ਇਮਾਮ ਮਹਿਦੀ ਹੋਣਾ। ਇਹਨਾਂ ਨੇ ਜਿੰਨੇ ਵੀ ਲਿਖਿਆ, ਜੋ ਵੀ ਨੇ, ਇਹਨਾਂ ਨੇ ਗਲਤ ਲਿਖਿਆ ਕਿ ਹਦੀਸ ਰਸੂਲ ਹੈ। ਲੋ ਜੀ ਇਹ ਵੀ ਗਲਤ ਹੋ ਗਿਆ। ਉਹਦਾ ਨਾਂ ਕੀ ਹੈ? ਇਹ ਵੀ ਗਲਤ ਕੀ ਹੋ ਗਿਆ? ਜਦੋਂ ਇੱਕ ਬੰਦਾ ਜਿਹੜਾ ਵੇ ਉਹ ਲਿਖਦਾ ਇੱਕ ਗੱਲ ਨੂੰ ਕਿ ਹਦੀਸ ਰਸੂਲ ਔਰ ਹਦੀਸ ਰਸੂਲ ਨਹੀਂ,
ਸਾਡੇ ਕੋਲ ਇਸ ਵਕਤ ਹਦੀਸ ਰਸੂਲ ਦੀਆਂ ਕਿਤਾਬਾਂ ਮੌਜੂਦ ਨੇ, ਦਾਰੇ ਕੁਤਨੀ ਮੌਜੂਦ ਹੈ, ਹਦੀਸ ਰਸੂਲ ਨਹੀਂ। ਪਹਿਲੀ ਗੱਲ ਇਹ ਤੇ ਜਿੰਨਾ ਸ਼ੇਰ ਜਿਹਨੇ ਵੀ ਲਿਖੇ ਨੇ ਸ਼ੇਰ, ਉਹ ਜਿਹਨੇ ਲਿਖਿਆ ਹਦੀਸ ਰਸੂਲ ਪਾਕ ਨੇ ਫਰਮਾਇਆ। ਇਹ ਤੁਸੀਂ ਵੀ ਮੰਨਦੇ ਹੋ ਕਿ ਰਸੂਲ ਪਾਕ ਨੇ ਨਹੀਂ ਫਰਮਾਇਆ, ਤੇ ਮੈਂ ਉਹ ਕਿਸ ਤਰ੍ਹਾਂ ਮੰਨ ਲਾ ਕਿ ਇਹ ਬੰਦਾ ਜਿਹੜਾ ਜਿਹਨੇ ਲਿਖਿਆ ਵੀ ਜੀ ਉਹਨੇ ਲਿਖਿਆ ਕਿ ਮੇਰੀ ਗੱਲ ਇੱਕ ਮਿੰਟ ਸੁਣ ਲਓ। ਦੂਸਰੀ ਗੱਲ ਇਹਦੇ ਵਿੱਚ ਉਹਨਾਂ ਲਿਖਿਆ ਕਿ ਗੱਲ ਨੂੰ ਬਦਲ ਦਿਆ ਕਰੋ, ਜਿਹੜਾ ਜਵਾਬ ਦੇਣਾ ਹੁੰਦਾ ਨਾ ਇਹਨਾਂ ਨੂੰ ਬੋਲਿਆ ਕਰੋ ਕਿ ਬਦਲ ਕੇ ਤੇ ਉਹਦਾ ਜਵਾਬ ਹੀ ਨਾ ਹੋਏ ਵਿੱਚ। ਰਮਜ਼ਾਨ ਦੀ 13 ਤਾਰੀਖ ਜਾਂ 28 ਤਾਰੀਖ ਨੂੰ ਸੂਰਜ ਗਿਰਨ ਦਾ ਕੋਈ ਜ਼ਿਕਰ ਹੈ ਇਹਦੇ ਵਿੱਚ? ਅਗਰ ਜੋ ਵੀ ਹੈ ਜਿਹਨੇ ਵੀ ਲਿਖੀ ਹੈ ਕਿਤਾਬ, ਮੇਰਾ ਇਹ ਸਵਾਲ ਹੈ ਜੀ। ਬੋਲੋ, ਤੁਸੀਂ ਬੋਲੋ।